हाँ जी, सत श्री अकाल जी सारिਆਂ ਨੂੰ। ਤਾਂ ਆਪਾਂ ਜਿਵੇਂ ਕਿ ਮਾਡਰਨ ਹਿਸਟਰੀ ਜੋ ਆਪਣੀ ਟੈਸਟ ਡਿਸਕਸ਼ਨ ਸੀਰੀਜ਼ ਚੱਲ ਰਹੀ ਸੀਗੀ ਉਸੇ ਨੂੰ ਆਪਾਂ ਕੀ ਆ ਕੰਟੀਨਿਊ ਕਰ ਦਿਆਂਗੇ। ਮਾਡਰਨ ਹਿਸਟਰੀ ਦੀ ਕੀ ਅਜੇ ਇਹ ਸੀਰੀਜ਼ ਚੱਲ ਰਹੀ ਆ ਆਪਣੀ ਤੇ ਬਹੁਤ ਹੀ ਕੀ ਆ ਇੰਪੋਰਟੈਂਟ ਸੀਰੀਜ਼ ਹੁੰਦੀ ਆ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਬੜੀ ਹੀ ਕੀ ਆ ਬੈਨੀਫੀਸ਼ੀਅਲ ਆ ਇਹ। ਠੀਕ ਹੈ, ਤਾਂ ਉਹਦਾ ਕੀ ਸੀਗਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਪੇਪਰ ਦੇ ਵਿੱਚ ਕੀ ਹੈ ਟੋਟਲ ਆਪਣਾ ਕੀ ਆ 13ਵਾਂ ਕੀ ਅੱਜ ਟੈਸਟ ਹੈਗਾ। ਫਰਾਈਡੇ ਸੈਟਰਡੇ ਤੁਹਾਡਾ ਕੀ ਹੁੰਦਾਗਾ ਫੁੱਲ ਟੈਸਟ ਹੁੰਦਾਗਾ। ਫੁੱਲ ਟੈਸਟ ਆਪਾਂ ਦੇਣਾ ਹੁੰਦਾਗਾ ਉਹ ਐਪ ਦੇ ਵਿੱਚ ਜਾ ਕੇ ਕੀ ਆਪਾਂ ਨੂੰ ਫੁੱਲ ਟੈਸਟ ਦਿੱਤਾ ਜਾਂਦਾ ਹੁੰਦਾ। ਠੀਕ ਹੈ ਜੀ, ਤੇ ਹੁਣ ਕੀ ਹੈ ਜਿਹੜੇ ਇਹ ਟੈਸਟ ਨੇ ਇਹਨੂੰ ਤੁਸੀਂ ਕੀ ਆ ਵੀ ਹੁਣ ਕੰਟੀਨਿਊ ਕਰਨਾ। ਆਪਾਂ ਮੰਡੇ ਤੋਂ ਲੈ ਕੇ ਆਪਾਂ ਕੀ ਆ ਆਪਾਂ ਥਰਸਡੇ ਤੱਕ ਆਪਣਾ ਫਰਾਈਡੇ ਫੁੱਲ ਸੈਟਰਡੇ ਵੀ ਫੁੱਲ ਪਰ ਆਪਣਾ ਕੀ ਆ ਵੀ ਇਹ ਸੋਮਵਾਰ ਤੋਂ ਵੀਰਵਾਰ ਤੱਕ ਕੀ ਆਪਾਂ ਇਹਦੇ ਕੀ ਆ ਕਲਾਸ ਦੇ ਵਿੱਚ ਤੁਹਾਡੀ ਕੀ ਆਪਾਂ ਡਿਸਕਸ਼ਨਸ ਆਪਾਂ ਕਰਾਇਆ ਕਰਾਂਗੇ। ਠੀਕ ਹੈ, ਇਹੋ ਜਿਹੇ ਕੁਐਸਚਨ ਹੋਣਗੇ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਕਾਫੀ ਵਾਰੀ ਵੀ ਜਿਹੜੇ ਤਾਂ ਨਵੇਂ ਸਟੂਡੈਂਟ ਨੇ ਨਵਿਆਂ ਵਾਸਤੇ ਤਾਂ ਬਿਲਕੁਲ ਦੇਖਣ ਨੂੰ ਨਵੇਂ ਹੈਗੇ ਨੇ ਪਰ ਜਿਹੜੇ ਪੁਰਾਣੇ ਨੇ ਪੁਰਾਣਿਆਂ ਨੂੰ ਵੀ ਨਵੇਂ ਕੁਐਸਚਨ ਲੱਗਣਗੇ ਇਹ ਮੇਰੀ ਗਰੰਟੀ ਆ। ਇਹਦੇ ਵਿੱਚ ਇੱਕ ਵਧੀਆ ਲੈਵਲ ਦੇ ਇੱਕ ਚੰਗੇ ਤੋਂ ਚੰਗੇ ਲੈਵਲ ਦੇ ਆਪਾਂ ਕੀ ਇੱਕ ਕੁਐਸਚਨ ਆਪਾਂ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਵਾਂਗੇ ਜੀ। ਚਲੋ ਵੇਸਟ ਆਫ ਟਾਈਮ ਨਾ ਕਰਦੇ ਹੋਏ ਆਪਾਂ ਜ਼ਿਆਦਾ ਤੁਹਾਡਾ ਟਾਈਮ ਨਾ ਖਾਂਦੇ ਹੋਏ ਠੀਕ ਹੈ ਜੀ ਤਾਂ ਆਪਾਂ ਕੀ ਆ ਵੀ ਕੁਐਸਚਨ ਸੀਰੀਜ਼ ਸ਼ੁਰੂ ਕਰ ਦਿਆਂਗੇ। ਹਾਂਜੀ, ਤਾਂ ਅੱਜ ਦਾ ਜਿਹੜਾ ਕੀ ਸੀਗਾ ਪਹਿਲਾ ਕੁਐਸਚਨ ਆ ਅੱਜ ਦੀ ਕੀ ਹੈ ਇਸ ਟੈਸਟ ਡਿਸਕਸ਼ਨ ਸੀਰੀਜ਼ ਦਾ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਤਾਜ਼ਾ ਐਂਡ ਫਰੈਸ਼ ਕੁਐਸਚਨ ਮਾਡਰਨ ਹਿਸਟਰੀ ਦਾ ਜਿਹੜਾ ਅੱਧਿਆਂ ਨੂੰ ਤਾਂ ਚੱਕਰਾਂ ਦੇ ਵਿੱਚ ਪਾਊਗਾ ਅੱਧੇ ਕੁਐਸਚਨ ਦੇ ਚੱਕਰ ਘੁਮਾ ਦੇਣਗੇ। ਤਾਂ ਦੱਸੋ ਵੀ ਫਿਰ ਫਟਾਫਟ ਕੀ ਕਹਿੰਦਾਗਾ ਜਿਹੜਾ ਅੱਜ ਦਾ ਪਹਿਲਾ ਕੁਐਸਚਨ ਆ। ਦਾ ਫਸਟ ਨਿਊਜ਼ਪੇਪਰ ਇਨ ਇੰਡੀਆ ਵਾਜ਼ ਭਾਰਤ ਦਾ ਕਹਿੰਦਾ ਪਹਿਲਾ ਅਖਬਾਰ ਕਿਹੜਾ ਸੀਗਾ ਇਹਦੇ ਬਾਰੇ ਗੱਲ ਕਰ ਰਿਹਾ ਵੀ ਪਹਿਲਾ ਅਖਬਾਰ ਕਿਹੜਾ ਗਾ ਭਾਰਤ ਦਾ ਇੰਡੀਆ ਦਾ। ਠੀਕ ਹੈ, ਤਾਂ ਦੱਸੋ ਜੀ ਪਹਿਲਾ ਅਖਬਾਰ ਕਿਹੜਾ ਗਾ। ਯਾਦ ਆਪਣਾ ਕਮੈਂਟ ਕਰਿਆ ਕਰੋ ਫਾਸਟ ਤੋਂ ਫਾਸਟ। ਠੀਕ ਹੈ ਜੀ, ਤੇ ਦੱਸਿਆ ਕਰੋ ਵੀ ਪਹਿਲਾ ਅਖਬਾਰ ਕਿਹੜਾ ਗਾ ਸਾਡਾ। ਠੀਕ ਹੈ ਜੀ, ਦੱਸੋ ਜੀ ਪਹਿਲਾ ਅਖਬਾਰ। ਤਾਂ ਸਾਡਾ ਜਿਹੜਾ ਪਹਿਲਾ ਅਖਬਾਰ ਆ ਜੀ ਉਹਦਾ ਨਾਮ ਕੀ ਹੈ ਜੀ ਬੰਗਾਲ ਗੈਜ਼ਟ। ਬੰਗਾਲ ਗੈਜ਼ਟ ਕੀ ਹੈ ਜੀ ਸਾਡਾ ਪਹਿਲਾ ਅਖਬਾਰ ਆ। ਠੀਕ ਹੈ ਜੀ, ਬੰਗਾਲ ਗੈਜ਼ਟ ਇੰਡੀਆ ਦਾ ਸਾਡਾ ਕੀ ਹੈ ਜਿਹੜਾ ਪਹਿਲਾ ਅਖਬਾਰ ਆ। ਕਦੋਂ ਇਹਦੀ ਸ਼ੁਰੂਆਤ ਕਦੋਂ ਹੋ ਗਈ ਸੀਗੀ ਜੀ ਕਦੋਂ ਤੋਂ ਇਹਦੀ ਸ਼ੁਰੂਆਤ ਹੋ ਚੁੱਕੀ ਸੀਗੀ ਜੀ ਇਹ ਬੰਗਾਲ ਗੈਜ਼ਟ ਜਿਹੜਾ ਅਖਬਾਰ ਸੀਗਾ ਇਹਦੀ ਸ਼ੁਰੂਆਤ ਕਦੋਂ ਤੋਂ ਕੀਤੀ ਗਈ ਸੀਗੀ 1780 ਤੋਂ 1780 ਤੋਂ ਕੀ ਹੈ ਜੀ ਇਹਦੀ ਸ਼ੁਰੂਆਤ ਹੋਈ ਸੀਗੀ। ਕਿਹਦੇ ਦੁਆਰਾ ਕੀਤੀ ਗਈ ਸੀਗੀ ਕਿਸ ਪਰਸਨ ਦੇ ਦੁਆਰਾ J.A. ਹਿੱਕੀ ਦੇ ਦੁਆਰਾ ਕੀ ਹੈ ਜੀ ਇਹਦੀ ਕੀ ਹੈ ਸ਼ੁਰੂਆਤ ਕੀਤੀ ਗਈ ਸੀ। ਹਜੇ ਤੁਸੀਂ ਦੇਖਦੇ ਜਾਓ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਬਹੁਤ ਤਰ੍ਹਾਂ ਦੇ ਕੀ ਇੱਕ ਕੁਐਸਚਨਿੰਗ ਸੈਸ਼ਨ ਆਪਾਂ ਲੈ ਕੇ ਆਵਾਂਗੇ ਬਹੁਤ ਵਧੀਆ ਸੀਰੀਜ਼ ਤੋਂ ਆਉਣਗੀਆਂ। ਇੱਕ ਆਪਾਂ ਕੋਸ਼ਿਸ਼ ਕਰਾਂਗੇ ਜਾਂ ਸਾਰੇ ਨਿਊਜ਼ਪੇਪਰ ਦੇ ਵਿੱਚੋਂ ਕੁਐਸਚਨ ਆਉਂਦਾ ਨਿਊਜ਼ਪੇਪਰ ਹੋ ਗਿਆ ਮੈਗਜ਼ੀਨਸ ਹੋ ਗਿਆ ਬੁੱਕਸ ਹੋਇਆ ਇੱਕ ਆਪਾਂ ਟੈਸਟ ਸੀਰੀਜ਼ ਉਹਨਾਂ ਦੀ ਬਣਾਵਾਂਗੇ ਅਖਬਾਰਾਂ ਦੀ ਨਿਊਜ਼ਪੇਪਰ ਬੁੱਕਸ ਸਾਰੇ ਇੱਕ ਜਿਹੜੀ ਤੁਹਾਡੀ ਡਿਮਾਂਡ ਆ ਰਹੀ ਆ ਗਵਰਨਰ ਜਨਰਲ ਤੇ ਵਾਇਸਰਾਏ ਦੇ ਵਿੱਚੋਂ ਸਰ ਕਹਿੰਦੇ ਸੀਗੇ ਤੁਸੀਂ ਤਾਂ ਗਵਰਨਰ ਜਨਰਲ ਵਾਇਸਰਾਏ ਦੇ ਵਿੱਚੋਂ ਵੀ ਆਪਾਂ ਸੀਰੀਜ਼ ਕੀ ਆਪਾਂ ਉਹਦੀ ਕੀ ਆ ਟੈਸਟ ਸੀਰੀਜ਼ ਆਪਾਂ ਲੈ ਕੇ ਆਵਾਂਗੇ ਔਖੇ ਤੋਂ ਔਖੇ ਲੈਵਲ ਦੇ ਆਪਾਂ ਕੀ ਇਹਦੇ ਵਿੱਚ ਕੁਐਸਚਨ ਕਰਾਂਗੇ। ਹਾਂਜੀ, ਗੱਲ ਕਰਦੇ ਸੀ ਆਪਾਂ ਬੰਗਾਲ ਗਜਟ ਦੀ। ਬੰਗਾਲ ਗਜਟ ਕੀ ਹੈ ਇਹ ਪਹਿਲਾ ਅਖਬਾਰ ਸੀਗਾ। ਠੀਕ ਹੈ ਜੀ, ਬ੍ਰਿਟਿਸ਼ ਈਸਟ ਇੰਡੀਆ ਦੇ ਵਿੱਚ ਕੀ ਹੈ ਜੀ ਕੰਮਾਂ ਦਾ ਕੀ ਆ ਲੇਖਾ ਜੋਖਾ ਦੇ ਬਾਰੇ ਕੀ ਇਹਦੇ ਉੱਤੇ ਲਿਖਿਆ ਹੋਇਆ ਸੀ ਫਸਟ ਪੇਜ ਦੇ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ 1780 ਦੇ ਵਿੱਚ ਇੱਕ ਵਾਰ ਇਹਦੀ ਸ਼ੁਰੂਆਤ ਹੋ ਗਈ ਸੀ ਫਿਰ 1782 ਦੇ ਵਿੱਚ ਵੀ ਕੀ ਹੈ ਵੀ 1780 1782 ਦਾ ਇਹਦਾ ਕੀ ਸੀਗਾ ਟਾਈਮ ਪੀਰੀਅਡ ਸੀ ਉਦੋਂ ਇਹ ਪਬਲਿਸ਼ ਹੋਇਆ ਸੀਗਾ। ਕਿਹੜਾ ਹੋਇਆ ਸੀ ਕੀ ਨਾਮ ਸੀ ਬੰਗਾਲ ਗਜਟ ਅਖਬਾਰ ਦਾ ਨਾਮ ਕੀ ਹੈ ਜੀ ਬੰਗਾਲ ਗਜਟ। ਠੀਕ ਹੈ ਜੀ, ਤਾਂ ਇਹ ਸੀਗਾ ਹਿੰਦੁਸਤਾਨ ਟਾਈਮਸ ਤਾਂ ਆਪਾਂ ਅੱਜ ਵੀ ਦੇਖਦੇ ਹਾਂ ਜੀ ਅੱਜ ਵੀ ਚੱਲ ਰਿਹਾ ਹੈਗਾ। ਠੀਕ ਹੈ ਜੀ, ਇਹ ਸੀ ਇਹਦਾ ਪਹਿਲਾ ਕੁਐਸਚਨ ਦਾ ਆਨਸਰ ਸੀਗਾ। ਠੀਕ ਹੈ, ਚਲੋ ਨੈਕਸਟ ਕੁਐਸਚਨ ਕੀ ਹੈ ਜੀ ਜਿਹੜਾ ਅਗਲਾ ਨੈਕਸਟ ਕੁਐਸਚਨ ਹੈਗਾ ਇਹਨੂੰ ਧਿਆਨ ਨਾਲ ਪੜ੍ਹੋ ਤੇ ਇਹਦਾ ਆਨਸਰ ਕੀ ਹੈ ਵੀ ਦਿਓ। ਦੇਖੋ ਵੀ ਹੂ ਵਾਜ਼ ਦਾ ਫਸਟ ਇੰਡੀਅਨ ਟੂ ਬੀ ਏ ਮੈਂਬਰ ਆਫ ਦਾ ਕਮਿਊਨਿਸਟ ਇੰਟਰਨੈਸ਼ਨਲ। ਹੂ ਵਾਜ਼ ਦਾ ਫਸਟ ਇੰਡੀਅਨ ਕਹਿੰਦਾ ਪਹਿਲਾ ਭਾਰਤੀ ਕਿਹੜਾ ਸੀਗਾ ਪਹਿਲਾ ਭਾਰਤੀ ਕਿਹੜਾ ਸੀਗਾ ਜੀ ਟੂ ਬੀ ਮੈਂਬਰ ਆਫ ਦਾ ਕਮਿਊਨਿਸਟ ਇੰਟਰਨੈਸ਼ਨਲ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀਗਾ। ਆਸ ਕਰਦਾਂਗਾ ਆਉਂਦਾ ਹੋਊਗਾ। ਠੀਕ ਹੈ, ਮੈਂ ਤਾਂ ਪੜ੍ਹਾਉਂਦਾ ਹੁੰਦਾ ਕਿ ਇਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਹੋਇਆ ਜਦੋਂ ਪੋਲਿਟੀ ਦੇ ਵਿੱਚ ਆਪਾਂ ਕਰ ਦਿਆਂਗੇ ਹੁਣ ਇੰਨਾ ਹਿੰਟ ਮਿਲ ਗਿਆ ਤਾਂ ਆਨਸਰ ਤੇ ਫਿਰ ਮਾਰੋ ਤੀਰ ਨਿਸ਼ਾਨੇ ਤੇ। ਤਾਂ ਕਿਹੜਾ ਗਾ ਬਈ ਤਾਂ ਉਹ ਹੈਗਾ ਜੀ M.N. ਰॉय ਦਾ ਪੂਰਾ ਨਾਮ ਕੀ ਹੈ M.N. ਰॉय ਦਾ ਪੂਰਾ ਨਾਮ ਕੀ ਆ ਮਨਵਿੰਦਰਾ ਨਾਥ ਰॉय। ਮਨਵਿੰਦਰਾ ਨਾਥ ਰॉय। ठीक है जी, मनविंद्रा नाथ रॉय की है जी दा पूरा नाम आ किहदा नाम है जी M.N. रॉय दा।
ठीक है जी। MN रॉय का पूरा नाम है मनविंद्रा नाथ रॉय, ठीक है जी। 87 तो लैके 1994 तक का इहदा की एक जीवन काल रहिंदा गा जी, 1887 तो लैके 1994 तक का, ठीक है जी। 87 ਦੇ ਵਿੱਚ ਜਨਮ, 1994 ਵਿੱਚ ਕੀ ਸੀਗੀ ਇਹਦੀ ਡੈਥ ਹੋਈ ਸੀ। ਕਮਿਊਨਿਸਟ ਪੀਪਲਜ਼ ਪਾਰਟੀ ਆਫ ਇੰਡੀਆ ਜਾਂ ਕਮਿਊਨਿਸਟ ਪੀਪਲਜ਼ ਪਾਰਟੀ ਆਫ ਇੰਟਰਨੈਸ਼ਨਲ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀਗਾ। ਇੱਕ ਕਮਿਊਨਿਸਟ ਵਿਚਾਰਾਂ ਦਾ ਸੀਗਾ, ਕਹਿਣ ਦਾ ਮਤਲਬ ਇਹ ਕੀ ਸੀ, ਇੱਕ ਕਾਮਰੇਡ ਵਿਚਾਰਾਂ ਸੀਗਾ, ਇੱਕ ਮਾਰਕਸਵਾਦੀ ਵਿਚਾਰਾਂ ਦਾ ਸੀਗਾ, ਮਾਰਕਸਵਾਦੀ ਵਿਚਾਰਾਂ ਦਾ ਸੀਗਾ, ਇੱਕ ਕਾਮਰੇਡ ਬੰਦਾ ਸੀਗਾ ਇਹ, ਠੀਕ ਹੈ ਜੀ। ਕਲੀਅਰ ਹੈ ਜੀ। ठीक ਇਹਦੇ ਵਿੱਚੋਂ ਕੀ ਸੀਗਾ, ਜੇ ਇਹਨੂੰ ਕਈ ਵਾਰ ਪੁੱਛਿਆ ਜਾਂਦਾ ਇਹ ਕਿੰਨਵੀਂ ਸਦੀ ਦੇ ਨਾਲ ਸੰਬੰਧ ਰੱਖਦਾ ਸੀਗਾ, 20ਵੀਂ ਸਦੀ ਦੇ ਨਾਲ, 20th ਸੈਂਚਰੀ ਦੇ ਨਾਲ ਕੀ ਹੈ ਜਿਹੜਾ ਰਾਜੇ ਇਹ ਸੰਬੰਧ ਰੱਖਦਾ ਸੀਗਾ। ਮਨਿੰਦਰਾ ਨਾਥ ਰॉय ਪੂਰਾ ਨਾਮ, ਠੀਕ ਹੈ ਜੀ। CPI ਪਾਰਟੀ ਦੇ ਨਾਲ ਇਹਦਾ ਸੰਬੰਧ ਸੀਗਾ। ਜ਼ਿਆਦਾਤਰ ਇਹਨਾਂ ਨੇ ਸਮਾਜਿਕ ਭਲਾਈ ਦੇ ਵਾਸਤੇ, ਜਨ ਕਲਿਆਣ ਦੇ ਉੱਤੇ ਕੀ ਆਪਦੀਆਂ ਥਿਊਰੀਆਂ ਦਿੱਤੀਆਂ ਸੀਗੀਆਂ, ਕਿਵੇਂ ਜਨ ਕਲਿਆਣ ਦੇ ਬਾਰੇ, ਠੀਕ ਹੈ। ਤਾਂ ਇਹ ਕੀ ਸੀਗਾ, ਇਹਦੇ ਨਾਲ ਸੰਬੰਧਿਤ ਸੀਗਾ। ਸਭ ਤੋਂ ਬਾਅਦ ਉਹ ਤੋਂ ਬਾਅਦ ਜੇ ਆਪਾਂ ਪੋਲਿਟੀ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਵੀ ਪਹਿਲਾ ਬੰਦਾ ਕਿਹੜਾ ਸੀਗਾ ਜਿਹਨੇ ਕੀ ਆ ਭਾਰਤ ਦੇ ਸੰਵਿਧਾਨ ਬਣਾਉਣ ਦਾ ਆਈਡੀਆ ਦਿੱਤਾ ਸੀਗਾ। ਤਾਂ ਭਾਰਤ ਦੇ ਜਿਹੜਾ ਸੰਵਿਧਾਨ ਬਣਾਉਣ ਦਾ ਜਿਹੜਾ ਆਈਡੀਆ ਦੇਣ ਵਾਲਾ ਪਰਸਨ ਆ ਉਹ ਵੀ ਕੌਣ ਆ ਜੀ, ਇਹੀ ਹੈਗੀ, ਇਹੀ ਹੈਗਾ ਬੰਦਾ ਹੈਗਾ, ਠੀਕ ਹੈ। ਤਾਂ ਕੀ ਆ 1934 ਦੇ ਵਿੱਚ ਇਹਨੇ ਕੀ ਦਿੱਤਾ ਸੀਗਾ, ਦਾ ਫਸਟਲੀ ਆਈਡੀਆ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਇਜ਼ ਗਿਵਨ ਬਾਏ ਦਾ MN ਰॉय। MN ਰॉय ਨੇ ਕੀ ਹੈ ਜੀ ਭਾਰਤ ਦੇ ਸੰਵਿਧਾਨ ਬਣਾਉਣ ਦਾ ਕੀ ਹੈ ਜੀ ਪਹਿਲੀ ਵਾਰ ਕੀ ਦਿੱਤਾ ਸੀਗਾ ਜੀ, ਆਈਡੀਆ ਦਿੱਤਾ ਸੀ। ਕਹਿੰਦਾ ਭਾਰਤ ਦਾ ਕੀ ਹੋਣਾ ਚਾਹੀਦਾ ਗਾ ਜੀ, ਸੰਵਿਧਾਨ ਹੋਣਾ ਚਾਹੀਦਾ ਗਾ, ਲਿਖਤੀ ਰੂਪ ਦੇ ਵਿੱਚ ਅਫੀਸ਼ੀਅਲ ਤੌਰ ਤੇ ਆ ਬੰਦੇ ਨੇ ਕਿਹਾ ਸੀਗਾ, ਠੀਕ ਹੈ ਜੀ। ਕਲੀਅਰ ਹੈ ਜੀ। ਦੱਸੋ ਵੀ, ਕਮੈਂਟ ਕਰਿਆ ਕਰੋ ਫਾਸਟ ਤੋਂ ਫਾਸਟ। ਹਾਂ ਵੈਰੀ ਗੁੱਡ ਵੀ। ਤਾਂ ਅੱਜ ਇਹ ਸੈਸ਼ਨ ਨੂੰ ਕੀ ਹੈ ਬਈ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਇਹ ਚੀਜ਼ ਤੁਹਾਨੂੰ ਕਹਿਣ ਦੀ ਲੋੜ ਨਾ ਪਿਆ ਕਰੇ, ਤੁਸੀਂ ਆਪ ਹੀ ਸਾਰੇ ਸਿਆਣੇ ਹੋ, ਠੀਕ ਹੈ। ਕਿਉਂਕਿ ਇਹਦੇ ਨਾਲ ਕੀ ਹੁੰਦਾ ਗਾ ਵੀ ਆਪਣੇ ਕਿ ਜਿਹੜੇ ਨਹੀਂ ਵੀ ਜਿਹੜੇ ਨਵੇਂ ਨੇ ਜੋ ਸਟੂਡੈਂਟ ਉਹ ਵੀ ਕੀ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ, ਠੀਕ ਹੈ ਜੀ। ਚਲੋ ਨੈਕਸਟ ਅਗਲਾ ਕੁਐਸਚਨ ਕੀ ਹੈ ਜੀ, ਹੂ ਇਜ਼ ਕਾਲਡ ਦਾ ਫਾਦਰ ਆਫ ਦਾ ਇੰਡੀਅਨ ਰੈਨੇਸੈਂਸ। ਇੰਡੀਅਨ ਰੈਨੇਸੈਂਸ who is called the father of the Indian Renaissance। ਭਾਰਤੀ ਰੈਨੇਸੈਂਸ ਮਤਲਬ ਪੁਨਰਜਾਗਰਤੀ ਜਾਂ ਪੁਨਰਜਾਗਰਨ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ, ਪੁਨਰਜਾਗਰਨ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈਗਾ, ਦੱਸੋ ਜੀ ਕਿਸ ਨੂੰ ਕਿਹਾ ਜਾਂਦਾ ਹੈਗਾ। ਬਹੁਤ ਵਧੀਆ ਕੁਐਸਚਨ ਆ, ਇਹਦੇ ਵਿੱਚ ਵੀ ਸਾਰੀਆਂ ਆਪਸ਼ਨਾਂ ਵੀ ਇਹਦੀਆਂ ਪੂਰੇ ਤੋਂ ਪੂਰੀਆਂ ਘੈਂਟ ਨੇ। ਚਾਰੇ ਆਪਸ਼ਨਾਂ ਦੇ ਬਾਰੇ ਆਪਾਂ ਇਹਦੇ ਵਿੱਚ ਡਿਸਕਸ਼ਨਸ ਆਪਾਂ ਕਰਾਂਗੇ। ਤੇ ਸਭ ਤੋਂ ਪਹਿਲਾਂ ਤੁਸੀਂ ਜੋ ਤੁਹਾਨੂੰ ਮੈਂ ਕੰਮ ਆਖਿਆ ਦਾ ਆਨਸਰ ਦਿਓ, ਜਲਦੀ ਤੋਂ ਜਲਦੀ ਆਨਸਰ ਆਉਣਾ ਚਾਹੀਦਾ ਹੁੰਦਾ ਗਾ, ਤਾਂ ਦਿਓ ਫਿਰ ਇਹਦਾ ਆਨਸਰ ਬਈ ਕੀ ਹੈ। ਇਹਦਾ ਆਨਸਰ ਆ ਵੈਰੀ ਗੁੱਡ ਬਈ, ਸ਼ਾਬਾਸ਼। ਜਲਦੀ ਤੋਂ ਜਲਦੀ, ਇਹ ਤਾਂ ਬਹੁਤ ਵਾਰੀ ਤੁਹਾਨੂੰ ਅਧਿਐਨ ਨੇ ਕੀਤਾ ਹੋਇਆਗਾ, ਸੌਖੀ ਚੀਜ਼ ਆ, ਕੀਤਾ ਵੀ ਹੋਇਆ। ਇਹਦਾ ਆਨਸਰ ਤਾਂ ਯਾਰ ਦਿਓ, ਠੀਕ ਹੈ। ਹੂ ਇਜ਼ ਕਾਲਡ ਦਾ ਫਾਦਰ ਆਫ ਦਾ ਇੰਡੀਅਨ ਰੈਨੇਸੈਂਸ। ਰਾਜਾ ਰਾਮ ਮੋਹਨ ਰਾਏ। ਆਨਸਰ ਕੀ ਹੈ ਜੀ, ਕਿਹਨੂੰ ਬੋਲਿਆ ਜਾਂਦਾ ਗਾ, ਬਹੁਤ ਹੀ ਸੌਖਾ ਆਨਸਰ ਆ ਵੀ, ਕਿਹਨੂੰ ਕਿਹਾ ਜਾਂਦਾ ਗਾ, ਰਾਜਾ ਰਾਮ ਮੋਹਨ ਰਾਏ ਨੂੰ, ਰਾਜਾ ਰਾਮ ਮੋਹਨ ਰਾਏ ਨੂੰ ਕਿਹਾ ਜਾਂਦਾ ਗਾ। ਇਸੇ ਰਾਜਾ ਰਾਮ ਮੋਹਨ ਰਾਏ ਨੇ ਇੱਕ ਚੀਜ਼ ਦੀ ਸਥਾਪਨਾ ਕੀਤੀ ਸੀ, ਉਹਦਾ ਨਾਮ ਦੱਸੋ, ਕਿਸ ਦੀ ਸਥਾਪਨਾ ਕੀਤੀ ਹੈ ਰਾਜਾ ਰਾਮ ਮੋਹਨ ਰਾਏ ਨੇ। ਰਾਜਾ ਰਾਮ ਮੋਹਨ ਰਾਏ ਨੇ ਸਥਾਪਨਾ ਕਿਹਦੀ ਕੀਤੀ ਹੈਗੀ, ਦੱਸੋ ਜੀ। ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮੋ ਸਮਾਜ ਦੀ ਕਿਹਦੀ ਸਥਾਪਨਾ ਕੀਤੀ ਹੈਗੀ ਜੀ, ਬ੍ਰਹਮੋ ਸਮਾਜ ਦੀ ਕੀ ਹੈ ਸਥਾਪਨਾ ਕੀਤੀ ਸੀ, ਫਾਊਂਡੇਸ਼ਨ ਕੀਤੀ ਸੀ, ਨੀਂਹ ਰੱਖੀ ਸੀ। ਕਿੰਨੇ ਵਿੱਚ ਰੱਖੀ ਸੀ, ਹੁਣ ਇਹ ਦੱਸੋ। ਬ੍ਰਹਮੋ ਸਮਾਜ ਦੀ ਜਿਹੜੀ ਨੀਂਹ ਹੈ ਕਿੰਨੇ ਵਿੱਚ ਰੱਖੀ ਸੀ ਰਾਜਾ ਰਾਮ ਮੋਹਨ ਰਾਏ ਨੇ, ਦੱਸੋ ਜੀ। ਰਾਜਾ ਰਾਮ ਮੋਹਨ ਰਾਏ ਨੇ ਜਿਹੜੀ ਬ੍ਰਹਮੋ ਸਮਾਜ ਦੀ ਨੀਂਹ ਰੱਖੀ ਹੈਗੀ, ਦੱਸੋ ਜੀ ਕਿੰਨੇ ਦੇ ਵਿੱਚ ਰੱਖੀ ਸੀਗੀ ਜੀ। ਤਾਂ 1828 ਦੇ ਵਿੱਚ, 1828 ਦੇ ਵਿੱਚ। ਕਲੀਅਰ ਹੈ ਜੀ, 1828 ਦੇ ਵਿੱਚ। ਤੇ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ, ਇਹਦੇ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਕਿਹਨੇ ਦਿੱਤਾ ਸੀ, ਤੁਹਾਨੂੰ ਮੈਂ ਦੱਸਿਆ ਸੀ ਮੁਗਲ ਬਾਦਸ਼ਾਹ ਸੀਗਾ। ਮੁਗਲ ਬਾਦਸ਼ਾਹ ਕਿਹੜਾ ਸੀਗਾ, ਅਕਬਰ ਸੈਕਿੰਡ। ਅਕਬਰ ਸੈਕਿੰਡ ਨੇ, ਅਕਬਰ ਦੂਜੇ ਨੇ ਰਾਜਾ ਰਾਮ ਮੋਹਨ ਰਾਏ ਨੂੰ ਕੀ ਕੀਤਾ ਸੀਗਾ ਜੀ, ਰਾਮ ਮੋਹਨ ਰਾਏ ਨੂੰ ਰਾਜਾ ਦੀ ਪਦਵੀ ਦਿੱਤੀ ਸੀਗੀ। ਕਿਹਦੀ ਪਦਵੀ ਦਿੱਤੀ ਸੀਗੀ ਜੀ, ਰਾਜਾ ਦੀ ਪਦਵੀ ਦਿੱਤੀ ਸੀ ਅਕਬਰ ਦੂਜੇ ਨੇ। ਤੇ ਅਕਬਰ ਦੂਜੇ ਦਾ ਜਿਹੜਾ ਸੀਗਾ ਕਾਰਜਕਾਲ ਕਿੰਨੇ ਤੋਂ ਕਿੰਨੇ ਤੱਕ ਸੀਗਾ,
1806 ਤੋਂ ਲੈ ਕੇ 1837 ਤੱਕ। ਕਿੰਨੇ ਤੋਂ ਕਿੰਨੇ ਤੱਕ ਬਈ? 1806 ਤੋਂ ਲੈ ਕੇ 1837 ਤੱਕ ਦਾ ਇਹਦਾ ਕਾਰਜਕਾਲ ਸੀ। ਕਿਹਦਾ ਕਾਰਜਕਾਲ ਸੀਗਾ? ਅਕਬਰ ਦੂਸਰੇ ਦਾ। ਤੇ ਅਕਬਰ ਦੂਸਰੇ ਨੇ ਕੀ ਕੀਤਾ ਸੀ? ਰਾਮ ਮੋਹਨ ਰਾਏ ਨੂੰ ਕਾਹਦੀ ਪਦਵੀ ਦਿੱਤੀ ਸੀ? ਰਾਜਾ ਦੀ ਪਦਵੀ ਦਿੱਤੀ ਸੀਗੀ। ਠੀਕ ਹੈ ਜੀ। ਅਕਬਰ ਸੈਕੰਡ ਆਖਿਆ, ਅਕਬਰ ਫਸਟ ਨਾ ਸਮਝੋ। ਅਕਬਰ ਪਹਿਲਾਂ ਤਾਂ ਕੀ ਸੀਗਾ? ਇਲਿਟਰੇਟ ਸੀਗਾ। ਇਲਿਟਰੇਟ ਤੇ ਵਾਈਜ਼ ਰੂਲਰ ਸੀਗਾ, ਅਨਪੜ੍ਹ ਤੇ ਸਿਆਣਾ ਬਾਦਸ਼ਾਹ ਸੀਗਾ, ਜਿਹਦੇ ਦਰਬਾਰ ਦੇ ਵਿੱਚ 9 ਨਵਰਤਨ ਸੀਗੇ। 9 ਨਵਰਤਨ 9 ਜੈਮਜ਼ ਸੀਗੇ। ਉਸੇ ਨੇ ਕੀ ਕੀਤਾ ਸੀਗਾ? ਇਬਾਦਤਖਾਨਾ ਬਣਾਇਆ ਸੀਗਾ। ਇਬਾਦਤਖਾਨਾ 1575 1578 ਆਪਾਂ ਪੜ੍ਹਦੇ ਹੁੰਦੇ ਸੀਗੇ। ਠੀਕ ਹੈ ਜੀ। ਤਾਂ ਬੁਲੰਦ ਦਰਵਾਜ਼ਾ, ਠੀਕ ਹੈ, ਇਹ ਸਾਰੇ ਦਾ ਸਾਰਾ ਕੁਝ ਆਪਾਂ ਉਹਦੇ ਵਿੱਚ ਪੜ੍ਹ ਕੇ ਆਏ ਸੀਗੇ। ਕਿਹੜੇ ਦੇ ਵਿੱਚ ਪੜ੍ਹਿਆ ਸੀਗਾ ਜੀ? ਆਪਾਂ ਅਕਬਰ ਪਹਿਲੇ ਦੇ ਵਿੱਚ, ਜਿਹਨੂੰ ਆਪਾਂ ਕੀ ਅਨਪੜ੍ਹ ਤੇ ਸਿਆਣਾ ਬਾਦਸ਼ਾਹ ਵੀ ਕਿਹਾ ਜਾਂਦਾ ਸੀਗਾ। ਅਨਪੜ੍ਹ ਤੇ ਸਿਆਣਾ ਬਾਦਸ਼ਾਹ ਕਿਉਂ ਸੀਗਾ? ਕਿਉਂਕਿ ਦਰਬਾਰ ਦੇ ਵਿੱਚ ਬਹੁਤ ਵਧੀਆ ਉਹਨੂੰ ਗੱਲਾਂ ਬਾਤਾਂ ਦੱਸਣ ਵਾਲੇ, ਸਕੀਮਾਂ ਦੱਸਣ ਵਾਲੇ, ਸਲਾਹਾਂ ਦੇਣ ਵਾਲੇ, ਉਹਦਾ ਮੰਤਰੀ ਪ੍ਰੀਸ਼ਦ ਬਹੁਤ ਘੈਂਟ ਸੀਗਾ। ਉਹ ਕੌਣ ਸੀਗੇ ਉਹਦੇ ਵਿੱਚ ਜਿਹੜੇ ਹੈਗੇ ਸੀਗੇ? ਉਹਨਾਂ ਨੂੰ ਕੀ ਕਿਹਾ ਜਾਂਦਾ? ਨਵਰਤਨ ਜਾਂ ਜੈਮਸ ਕਿਹਾ ਜਾਂਦਾ। ਵੀਰਵਾਲ ਵਰਗੇ, ਟੋਡਰਮੱਲ ਵਰਗੇ, ਬੈਰਮ ਖਾਂ ਹੋਰ ਹੀ ਸੀਗੇ। ਠੀਕ ਹੈ ਜੀ। ਮਾਨ ਸਿੰਘ ਵਰਗੇ ਸੀਗੇ। 2 ਉਹਨੇ ਆਪਦੇ ਸ਼ਾਸਨ ਕਾਲ ਦੇ ਵਿੱਚ ਲੜਾਈਆਂ ਲੜੀਆਂ ਸੀਗੀਆਂ। ਹਲਦੀ ਘਾਟੀ ਦਾ ਯੁੱਧ ਲੜਿਆ ਸੀਗਾ। ਠੀਕ ਹੈ ਜੀ। ਪਾਣੀਪਤ ਦੀ ਦੂਸਰੀ ਲੜਾਈ ਲੜੀ ਸੀ। ਇਹ ਕਿਹਦੇ ਵਿੱਚ ਪੜ੍ਹਦੇ ਹੁੰਦੇ ਆ? ਅਕਬਰ ਪਹਿਲੇ ਦੇ ਵਿੱਚ। ਪਰ 1806 ਤੋਂ 37 ਤੱਕ ਆਪਾਂ ਇਹ ਕਿਹੜਾ ਗਾ? ਅਕਬਰ ਦੂਜਾ ਗਾ। ਇਹਦਾ ਇੱਕ ਕੀ ਕੰਮ ਲਿਖਿਆ ਹੋਇਆ? ਇਹਨੇ ਰਾਮ ਮੋਹਨ ਰਾਏ ਨੂੰ ਕਾਹਦੀ ਪਦਵੀ ਦਿੱਤੀ ਸੀਗੀ ਜੀ? ਰਾਜਾ ਦੀ ਪਦਵੀ ਦਿੱਤੀ ਸੀ। ਕਲੀਅਰ ਜੀ। ਰਾਮ ਮੋਹਨ ਰਾਏ ਨੂੰ ਕਾਹਦੀ ਪਦਵੀ ਦਿੱਤੀ ਹੈ ਜੀ? ਰਾਜਾ ਦੀ ਪਦਵੀ ਦਿੱਤੀ ਹੈਗੀ। ਕਲੀਅਰ ਆ। ਉਹ ਤੋਂ ਬਾਅਦ ਮੈਂ ਤੁਹਾਨੂੰ ਹੋਰ ਵੀ ਕੀ ਦੱਸਿਆ ਸੀਗਾ ਇਹਦੇ ਵਿੱਚ, ਜਿਹੜਾ ਰਾਮ ਮੋਹਨ ਰਾਏ ਨੇ ਕੀ ਸੀਗਾ ਜੀ? ਬ੍ਰਹਮੋ ਸਮਾਜ ਦੀ ਕੀ ਰੱਖੀ ਹੈ ਰਾਜੇ? ਨੀਂਹ ਵੀ ਰੱਖੀ ਹੈਗੀ ਬ੍ਰਹਮੋ ਸਮਾਜ ਦੀ। ਠੀਕ ਹੈ ਜੀ। ਪਤਾ ਲੱਗ ਗਿਆ ਜੀ। ਤੇ ਹੋਰ ਇਹਨੂੰ ਕੀ ਬੋਲਿਆ ਜਾਂਦਾ ਗਾ ਜੀ? ਜਿਹੜਾ ਇਹਨੂੰ ਬੰਗਾਲ ਦਾ ਰੈਨੇਸੈਂਸ ਦੇ ਨਾਮ ਦੇ ਨਾਲ ਵੀ ਇਹਨੂੰ ਜਾਣਿਆ ਜਾਂਦਾ ਗਾ। ਬੰਗਾਲ ਰੈਨੇਸੈਂਸ। ਬੰਗਾਲ ਦੇ ਵਿੱਚ ਵੀ ਪੁਨਰ ਜਾਗ੍ਰਿਤੀ ਲੈ ਕੇ ਆਉਣ ਦੇ ਵਿੱਚ ਵੀ ਇਸ ਬੰਦੇ ਦਾ ਬਹੁਤ ਜ਼ਿਆਦਾ ਅਹਿਮ ਰੋਲ ਸੀਗਾ। ਇਸ ਕਰਕੇ ਇਹਨੂੰ ਕੀ ਬੋਲਿਆ ਜਾਂਦਾ ਗਾ? ਬੰਗਾਲ ਦਾ ਰੈਨੇਸੈਂਸ ਦੇ ਨਾਮ ਦੇ ਨਾਲ ਵੀ ਕੀ ਹੈ ਜੀ? ਇਹਨੂੰ ਬੁਲਾਇਆ ਜਾਂਦਾ। ਆਹ ਚੀਜ਼ਾਂ ਨਵੀਆਂ ਨੇ ਬਿਲਕੁਲ। ਬੰਗਾਲ ਰੈਨੇਸੈਂਸ ਉਹਨੂੰ ਸਾਰਿਆਂ ਵਾਸਤੇ ਨਵਾਂ, ਜਿਹੜੇ ਨੇ ਲੈਕਚਰ ਲਾਏ ਹੋਏ ਨੇ ਉਹਨਾਂ ਵਾਸਤੇ ਵੀ, ਤੇ ਪੁਰਾਣਿਆਂ ਵਾਸਤੇ ਤਾਂ ਹੈਗਾ ਹੀ ਹੈਗਾ ਇਹ। ਠੀਕ ਹੈ ਜੀ। ਪੁਰਾਣਿਆਂ ਵਾਸਤੇ ਜਿਨ੍ਹਾਂ ਨੇ ਲੈਕਚਰ ਲਾਇਆ ਉਹਨਾਂ ਵਾਸਤੇ ਵੀ, ਤੇ ਜਿਹੜੇ ਨਵੇਂ ਨੇ ਵੀ ਉਹਨਾਂ ਵਾਸਤੇ ਨਵਾਂ ਹੈਗਾ ਹੀ ਹੈਗਾ ਇਹ ਚੀਜ਼ ਆ। ਠੀਕ ਹੈ ਜੀ। ਚਲੋ ਨੈਕਸਟ ਇਹਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ ਹੁਣ ਦਿਆਨੰਦ ਸਰਸਵਤੀ ਦੀ। ਠੀਕ ਹੈ ਜੀ। ਦਿਆਨੰਦ ਸਰਸਵਤੀ। ਠੀਕ ਹੈ। ਦਿਆਨੰਦ ਸਰਸਵਤੀ ਇਹ ਕੌਣ ਸੀਗੇ? ਸਵਾਮੀ ਦਿਆਨੰਦ ਸਰਸਵਤੀ। ਕੀ ਹੈ ਜੀ? ਸਵਾਮੀ ਦਿਆਨੰਦ ਸਰਸਵਤੀ। ਬਚਪਨ ਦਾ ਨਾਮ ਕੀ ਸੀਗਾ? ਮੂਲ ਸ਼ੰਕਰ। ਮੂਲ ਸ਼ੰਕਰ ਇਹਨਾਂ ਦਾ ਕੀ ਸੀਗਾ ਜੀ? ਬਚਪਨ ਦਾ ਕੀ ਸੀਗਾ ਜੀ? ਨਾਮ ਸੀਗਾ। ਕਿਹਦਾ ਨਾਮ ਸੀਗਾ ਜੀ? ਸਵਾਮੀ ਦਿਆਨੰਦ ਸਰਸਵਤੀ ਦਾ। ਠੀਕ ਹੈ ਜੀ। ਮੂਲ ਸ਼ੰਕਰ ਦੇ ਨਾਂ ਦੇ ਨਾਲ ਕੀ ਸੀਗੇ ਜੀ? ਇਹ ਫੇਮਸ ਸੀਗੇ। ਠੀਕ ਹੈ ਜੀ। ਕਲੀਅਰ ਹੈ ਜੀ। ਪਤਾ ਲੱਗ ਗਿਆ ਰਾਜੇ ਇਹ। ਤਾਂ ਇਹਨਾਂ ਦੇ ਗੁਰੂ ਕੌਣ ਸੀਗੇ? ਇਹਨਾਂ ਦੇ ਜਿਹੜੇ ਗੁਰੂ ਕੌਣ ਸੀਗੇ? ਸਵਾਮੀ ਦਿਆਨੰਦ ਸਰਸਵਤੀ। ਦੱਸੋ ਜੀ, ਦੱਸੋ। ਹਾਂ, ਜਿਹੜੇ ਸਵਾਮੀ ਦਿਆਨੰਦ ਸਰਸਵਤੀ ਗੁਰੂ ਦਾ ਨਾਮ ਦੱਸੋ ਮੈਨੂੰ। ਸਭ ਤੋਂ ਮੇਨ ਇੰਪੋਰਟੈਂਟ ਕੁਐਸਚਨ ਇਹ ਕਮੈਂਟ ਕਰਕੇ ਦੱਸਿਓ। ਠੀਕ ਹੈ ਜੀ। ਇਹ ਤੋਂ ਬਾਅਦ ਅਗਲੇ ਦਾ ਮੈਂ ਇੱਕ ਤੁਸੀਂ ਦੱਸਿਓ ਕਮੈਂਟ ਕਰਕੇ, ਤੁਹਾਡੇ ਵਾਸਤੇ ਹੋਮਵਰਕ ਆ। ਅਗਲੇ ਦਾ ਗੁਰੂ ਮੈਂ ਦੱਸਣਾ, ਸਵਾਮੀ ਵਿਵੇਕਾਨੰਦ ਦਾ। ਸਵਾਮੀ ਵਿਵੇਕਾਨੰਦ ਦਾ ਗੁਰੂ ਕੌਣ ਹੈਗਾ ਜੀ? ਅਗਲੀ ਆਪਸ਼ਨ ਹੀ ਹੈ ਡੀ ਆਪਸ਼ਨ, ਰਾਮ ਕ੍ਰਿਸ਼ਨ ਪਰਮਾਹੰਸ। ਰਾਮ ਕ੍ਰਿਸ਼ਨ ਪਰਮਾਹੰਸ ਕਿਸ ਦੇ ਗੁਰੂ ਸਨ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਗਾ। ਰਾਮ ਕ੍ਰਿਸ਼ਨ ਪਰਮਾਹੰਸ ਕਿਹਦੇ ਗੁਰੂ ਸੀਗੇ ਜੀ? ਸਵਾਮੀ ਵਿਵੇਕਾਨੰਦ ਦੇ। ਠੀਕ ਹੈ ਜੀ। ਤੇ ਰਾਮ ਕ੍ਰਿਸ਼ਨ ਸਵਾਮੀ ਵਿਵੇਕਾਨੰਦ ਨੂੰ ਕਿਸ ਨਾਂ ਦੇ ਨਾਲ ਜਾਣਿਆ ਜਾਂਦਾ? ਨਰਿੰਦਰ ਨਾਥ ਦੱਤਾ। ਨਰਿੰਦਰਾ ਨਾਥ ਦੱਤਾ ਦੇ ਨਾਮ ਦੇ ਨਾਲ ਕੀ ਹੈ ਜੀ? ਇਹਨੂੰ ਜਾਣਿਆ ਜਾਂਦਾ ਗਾ। ਕਿਹਨੂੰ? ਸਵਾਮੀ ਵਿਵੇਕਾਨੰਦ ਨੂੰ। ਸਵਾਮੀ ਵਿਵੇਕਾਨੰਦ ਦਾ ਜਨਮ ਕਦੋਂ ਹੁੰਦਾ ਗਾ? ਦੱਸੋ ਜੀ। ਸਵਾਮੀ ਵਿਵੇਕਾਨੰਦ ਦਾ ਜਨਮ ਕਦੋਂ ਹੁੰਦਾ ਗਾ? ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਤੇ ਕੀ ਹੁੰਦਾ ਗਾ ਜੀ? ਨੈਸ਼ਨਲ ਯੂਥ ਡੇ।
किहदे बर्थ एनिवर्सरी ते बनाया जाता गा जी? स्वामी विवेकानंद ते कमेंट करके दसो फिर डेट किहड़ी हुंदी हैगी? ये तुहाडे तो तुसीं दसो जी। रामकृष्ण परमाहंस कौन सीगे? स्वामी विवेकानंद दे ਜਿਹੜੇ ਸੀਗੇ स्वामी विवेकानंद ਦੇ गुरु ਸੀਗੇ। दयानंद सरस्वती ਦੇ ਤੁਸੀਂ ਦੱਸਣਾ ਮੈਨੂੰ दयानंद सरस्वती ਦਾ ਕੀ ਯੋਗਦਾਨ ਸੀਗਾ। ਇਹਦਾ ਇੱਕ ਹੋਰ ਪੁਆਇੰਟ ਲਿਖ ਲਓ। दयानंद सरस्वती ਨੇ ਕੀ ਕੀਤਾ ਸੀਗਾ ਜੀ? स्वामी दयानंद सरस्वती ਦਾ बचपन का नाम सीगा मूल शंकर। आर्या समाज की इन्होंने की कीती सीगी जी? स्थापना कीती सीगी। आर्या समाज की कीती स्थापना कदों कीती सी? अगले क्वेश्चन में तुहानूं पता लग जूगा, थोड़ा जिहा सबर रखो। ठीक है जी, ये बारे इन्नी इन्फॉर्मेशन लिखो करा सारे ये नोट कर लिया करो भी जो चीज़ तुहानूं मैं दसी जाना गा ये सारी चीज़ नाल दी नाल की करा करो, नोट करा करो। ठीक है जी, चलो भी नैक्सट क्वेश्चन। हू गेव द स्लोगन वेक टू वैदास? कहना वैदां दी बैक टू वैद, पंजाबी दे विच इहनूं वैदां दी ओर लोटो जां वैदां दी ओर जाओ भी कहा जांदा गा। दा नारा किहने दित्ता सीगा? दसो जी किहने दस्सिया सीगा दित्ता सीगा ये जिहड़ा नारा सीगा ये वाला किहने दित्ता सीगा? दसो जी। लाला हंसराज ये भी किहदे नाल संबंधित ने जी? आर्या समाज दे नाल ही, आर्या समाज दे नाल ही संबंधित ने जी। ठीक है जी, आर्या समाज दे नाल ही। लाला लाजपत राय भी की सीगा जी? आर्या समाज दे नाल ही की है जी, ये भी संबंधित रहे ने। ठीक है जी, दसो जी। लाला लाजपत राय के बारे तो आप जानते हैं। ठीक है, बजुर्ग जिहा आदमी सीगा। साइमन कमीशन का जो की आ विद्रोह होया सीगा ਉਹਦੇ ਵਿੱਚ ਕੀ ਹੈ ਇਹਨੂੰ ਲਾਲੇ ਨੂੰ ਕਹਿੰਦੇ ਵੀ ਚੱਲ ਵੀ ਲਾਲਾ ਬੰਨ ਲਾ ਪੱਗ ਚੱਲ ਚੱਲੀਏ, ਕਹਿੰਦੇ ਵੀ ਵਿਦਰੋਹ ਕਰਨਾਗਾ, ਧਰਨਾ ਦੇਣਾਗਾ ਤੇ ਮੂਰੇ ਬਾਗੀ ਸੀਗੇ ਆਪਣੇ ਵਾਲੇ ਸਾਰੇ ਜਣੇ ਚੱਕ ਕੇ ਡਾਂਗਾ ਸੋਟੀਆਂ। ਠੀਕ ਹੈ ਜੀ, ਉਧਰੋਂ ਵਿਦਰੋਹ ਕਰੀ ਗਏ। ਸਾਈਮਨ ਗੋ ਬੈਕ ਦੇ ਕੀ ਹੈ ਜੋ ਨਾਰੇ ਲਾਉਂਦੇ ਸੀਗੇ ਉਹ ਅੰਗਰੇਜ਼ ਕੀ ਸੀਗੇ, ਫੌਜ ਕੀ ਸੀ, ਉਹਨਾਂ ਨੇ ਕੀ ਆ ਕਾਫੀ ਸਾਰੇ ਆਪਣੇ ਲਾਏ ਹੋਏ ਸੀਗੇ ਸਿਪਾਹੀ ਵਗੈਰਾ। ਉਹਨਾਂ ਨੇ ਕੀ ਆ ਉਹ ਕੀ ਆ ਵੀ ਭੜਕ ਗਏ ਸੀਗੇ ਇਹਨਾਂ ਤੇ ਆਪਣੇ ਭਾਰਤੀ ਲੋਕਾਂ ਦੇ ਉੱਤੇ ਕੀ ਕਰਤਾ ਸੀਗਾ ਉਹਨਾਂ ਨੇ ਲਾਠੀ ਚਾਰਜ ਕੀਤਾ ਗਿਆ ਸੀਗਾ ਤੇ ਲਾਲਾ ਦੇ ਸਿਰ 'ਚ ਵਿੱਚ ਫਿਰ ਕੀ ਆ ਵੀ ਡਾਂਗਾ ਵੱਜਣ ਕਰਕੇ ਕੀ ਹੋ ਗਈ ਸੀਗੀ ਜੀ ਇਹਦੀ ਮੌਤ ਹੋ ਗਈ ਸੀਗੀ। ਤੇ ਗੱਲ ਕਰਦੇ ਹਾਂ ਆਪਾਂ ਬੈਕ ਟੂ ਵੈਦਾਸ। ਕਹਿੰਦਾ ਵੈਦਾਂ ਦੀ ओर ਜਾਓ, ਵੈਦਾਂ ਦੀ ओर ਲੋਟੋ। ਠੀਕ ਹੈ ਜੀ, ਇਹ ਨਾਰਾ ਕਿਹਨੇ ਦਿੱਤਾ ਸੀ? ਬਿਲਕੁਲ ਸੌਖਾ ਕੁਐਸਚਨ ਹੈ, ਤਾਂ ਪੰਜਾਬ ਦੇ ਪੇਪਰਾਂ ਦੇ ਵਿੱਚ ਬਹੁਤ ਵਾਰੀ ਜਿਹੜਾ ਇਹ ਕੁਐਸਚਨ ਆਇਆ ਹੋਇਆਗਾ। ਗੋ ਬੈਕ ਟੂ ਦਾ ਵੈਦਾਸ ਇਹ ਕਿਹਨੇ ਦਿੱਤਾ ਸੀ? स्वामी दयानंद सरस्वती। बचपन का नाम की है जी? मूल शंकर। गो बैक टू वैदास ते नाल लिखो जी इंडिया फॉर द इंडियंस। एक होर लिख लो, एक नारा होर किहड़ा दित्ता सीगा जी? इंडिया फॉर द इंडियंस, इंडिया फॉर द इंडियंस एक नारा ये दित्ता सीगा। एक इंडिया फॉर द इंडियंस, एक होर किहड़ा आख्या सीगा जी? बैक टू वैदास, वैदां दी ओर लोटो जां वैदां दी ओर की है जी जाओ। ये सीगा जी इहदा। क्लीयर है जी, पता लग गया राजे? दसो जी, कमेंट करके दस्या करो जिहड़े नूं समझ पै रहा गा। हाँ जी, तो नैक्सट क्वेश्चन के वाल आप मूव कर देंगे। आ क्वेश्चन देखो भी पहला ध्यान दे नाल पढ़िओ, फिर इहदा की देना गा आपां आंसर देना गा भी की आंसर इहदा बनदा गा। दसो जी की है? कंसीडर द फॉलोइंग स्टेटमेंट। कहना जो स्टेटमेंट लिखियां ने उन्होंने ध्यान देना पढ़ो की कहा गया गा, की कहता गा। चलो पढ़न लगते हैं, आप शुरू कर देंगे। कहना दयानंद सरस्वती फाउंडड द आर्या समाज 1875। मैं उसकी डेट जान के नहीं दसी सी क्योंकि आ पई है चक्को। दयानंद सरस्वती ने की कीता? कहता आर्या समाज नूं की कीता गा जी? फाउंडेशनस कीती हैगी। किन्ने दे विच? 1875 दे विच। बिल्कुल की है जी? सही है, एक नंबर। ठीक है जी, बिल्कुल सही है। द आर्या समाज रेपुटेटेड द अथॉरिटी ऑफ कास्ट सिस्टम। आर्या समाज ने जात पात के अधिकारां नूं की कीता सीगा? रद्द कीता सी। बिल्कुल जी, आर्या समाज जिहड़े सीगे लोक वो की जिहड़े जात पात के की सीगे अधिकारां दी की करदे सी? खंडन करदे सीगे, विरोध करदे सी। जात पात दे विच लोकां नूं की नहीं करना चाहिदा? कहंदा नहीं बनना चाहिदा सीगा, जात पात दे विच लोकां नूं नहीं पैना चाहिदागा। ठीक है जी, नैक्सट इस तो बाद की सीगा? तीसरी ऑप्शन दयानंद सरस्वती वास वॉर्न इन द ब्राह्मण फैमिलीज। कहना दयानंद सरस्वती किहदे विच की होया सीगा जी? जन्म कहना एक ब्राह्मण फैमिली दे विच होया सीगा। ठीक है जी, तो ये चीज़ आ। तो ये सही आंसर किहड़ा गा? ध्यान नाल पढ़ो
थोड़ा जा फिर मैनू की है बई आंसर दिओ। दसो भी, वैरी गुड, शाबाश, आंसर दिया करो भी, नाल दी नाल दिया करो। हाँ जी, तो ਇਹਦਾ आंसर की आऊगा जी, तो फस्ट एंड सैकेंड ऑप्शन की है जी बिल्कुल सही हैगी, पहला तो दूसरा, तो आंसर की है जी बिल्कुल सही है, बी ऑप्शन यदि की है जी आंसर सही है। ए पहला तो दूसरा, ठीक है जी, पहला तो दूसरा की है जी बिल्कुल ये सही हैगी, ठीक है जी, आंसर की है जी फस्ट एंड सैकेंड, ठीक है जी। नेक्स्ट अगला क्वेश्चन देखो, हु वाज द फाउंडर ऑफ द रामकृष्ण मिशन, रामकृष्ण मिशन दे फाउंडर कौन सीगे, दसो जी, ध्यान नाल सोचो, रामकृष्ण मिशन दे फाउंडर कौन सीगे, रामकृष्ण मिशन दे फाउंडर किसनू कहा जाता है। वैरी गुड, दसो दसो, ये क्वेश्चन सौखे ने, ये तो आउंदे होणगे सोनू, ये जे क्वेश्चन तो नेरी बन दिया करो। रामकृष्ण मिशन दे जिहड़े फाउंडर सीगे तां ओह कौन सीगे जी, स्वामी विवेकानंद। तां किहनूं कहा जाता गा जी, स्वामी विवेकानंद। ते स्वामी विवेकानंद ने रामकृष्ण मिशन नूं कदों फाउंडड कीता सीगा, कदों, जिहनूं नरेंद्रनाथ दत्ता भी कहा जाता गा 1897 दे विच, 1897 दे विच, जिहनूं किस नाम दे नाल जाणिया जांदा गा जी, नरेंद्रनाथ दत्ता। अज ना थोड़ा जिहा जे तुसीं सोचदे होगे भी हौली जे किवें बोली जांदे हो सर, अज ना भी गले दे विच काफ़ी सारी प्रॉब्लम्स आ रही है, तां करके थोड़ा जिहा हल्का जिहा बोलिया जांदा गा, ठीक है, तां करके थोड़ा जिहा बस एनर्जी जी बस घट जी लगदी हैगी, ठीक है, क्योंकि गले दे विच जे प्रॉब्लम हुंदी उहदे नाल की है बई बुखार वगैरह फीवर तो वैसे ही हुंदा गा, तां करके हैगा। पर आपां तुहाडी क्लास आ जो तुहाडा हौसला तुहाडा जनून इन्ना हुंदा गा क्लास दे वास्ते, फिर असीं भी की है तुहाडी क्लास नूं की नहीं करदे हुंदे गे जी, ऐ इग्नोर नहीं कीता जांदा, तां तुहाडी क्लास मींह आवे नेरी आवे कुछ भी है तुहाडी क्लास लगूगी ही लगूगी। ਤਾਂ जो ये सीरीज़ चल रही है फ्री ऑफ कॉस्ट, एक ਜਿਹੜਾ ਟੈਸਟ सीरीज़ का ਤੁਸੀਂ ਵੱਧੋ ਵੱਧ ਕੀ ਕਰਿਆ ਕਰੋ, फायदा उठाया करो, क्लास लाया करो, ठीक है जी, ये चीज़ आ, ठीक है जी। रामकृष्ण किन्ने सीगा जी, स्वामी विवेकानंद ने, ते स्वामी विवेकानंद के ਜਿਹੜੇ गुरु सीगे वो कौन सीगे, रामकृष्ण परमाहंस। रामकृष्ण इन्हां दे गुरु का नाम है, पिछले भी दस्सिया सीगा तुहानूं मैं, रामकृष्ण परमाहंस इन्हां दे की सीगे जी, गुरु सीगे, ठीक है जी, रामकृष्ण परमाहंस इन्हां दे गुरु, क्लीयर है जी, ठीक है, ये इन्हां दे गुरु का नाम सीगा। होर की सीगा, वर्ल्ड दी पार्लीमेंट दे विच, पार्लीमेंट्री ऑफ वर्ल्ड, जिथे की है शिकागो दे विच की है इन्हां ने की है जी हिस्सा लिता सी 1893 दे विच। वर्ल्ड दी पार्लीमेंट, वर्ल्ड दी की है साडे संसार जिहड़ा पार्लीमेंट है शिकागो दे विच किने हिस्सा लिता सीगा जी, स्वामी विवेकानंद ने। उत्थे इन्हां ने की उन्हां नूं की रिप्रजेंट कीता सी, माई ब्रदर्स एंड सिस्टर्स ऑफ अमेरिका, एक कह के की है बई बोले सीगे, कौन बोले सीगे, स्वामी विवेकानंद। इन्हां दे जन्मदिन ते की हुंदा, नैशनल यूथ डे मनाया जांदा गा, कदों हुंदा ये तुसीं तुहानूं मैं पुछिआ ही होया, ठीक है जी। रामकृष्ण परमाहंस आ उपर भी पिया गा नाम लिखिया होया, ठीक है जी, इन्हां दे गुरु सीगे, ठीक है जी। तां ये सीगा इहदा इस क्वेश्चन का आंसर। नैक्सट क्वेश्चन की है जी, उत्ते चलते आपां, द थियोसफिकल स्टडीज वाज लैड बाय, थियोसफिकल सोसाइटीज, ठीक है जी, केड़ी सोसाइटी है दसो जी, ये थियोसफिकल सोसाइटीज बोलिया जाता है इनू, भी ये सोसाइटी केड़ी हैगी। कहण दा मतलब जिहड़ी ये सोसाइटी हैगी ये वोमेन दे राइट दी की करदी सीगी, रखिया करती सी। थियोसफिकल सोसाइटी का मतलब की आ, प्रोटेक्शन दा वोमेनस राइट, इनू आपां की लिख दांगे जी, प्रोटेक्शन दा वोमेनस राइट की है जी, महिलावां दे जां वोमेन दे अधिकारां दी प्रोटेक्शन दा वोमेनस राइट, महिलावां जां वोमेन दे अधिकारां दी की करनी जी, सुरक्षा करनी, ठीक है जी। ये किहदे द्वारा किया गया सीगा जी, किस दे द्वारा सीगी। पहली गल तां ए.यू. ह्यूम,
एलियन ऑक्टावेट ह्यूम। एलियन ऑक्टावेट ह्यूम ਇਹਦਾ ਪੂਰਾ ਨਾਮ ਆ। ਇਹਨੇ ਕੀ ਕਾਰਨਾਮਾ ਕੀਤਾ ਸੀ? ਇਸ ਬਾਈ ਜੀ ਨੇ 1885 में ਕੀ ਸੀ ਜੀ ਕਾਂਗਰਸ ਦੀ ਕੀ ਕੀਤੀ ਸੀਗੀ ਜੀ ਸਥਾਪਨਾ ਕੀਤੀ ਸੀਗੀ। ਕਾਂਗਰਸ ਦੀ ਕੀ ਕੀਤੀ ਜੀ ਸਥਾਪਨਾ ਕੀਤੀ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਗਾ। ਠੀਕ ਹੈ ਜੀ। ਤੇ ਕਾਂਗਰਸ ਦੇ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਕਿਹੜੇ ਬਣੇ ਸੀ? ਭੋਮੇਸ਼ ਚੰਦਰ ਬੈਨਰਜੀ। ਕਿਹੜੇ ਕੌਣ ਸੀਗੇ ਜੀ ਪਹਿਲੇ ਪ੍ਰੈਜ਼ੀਡੈਂਟ ਕੌਣ ਬਣੇ ਸੀ ਕਾਂਗਰਸ ਦੇ? ਜਿਹਨੂੰ WC ਬੈਨਰਜੀ ਜਾਂ ਭੋਮੇਸ਼ ਚੰਦਰ ਬੈਨਰਜੀ ਦੇ ਨਾਂ ਦੇ ਨਾਲ ਭੋਮੇਸ਼ ਚੰਦਰ ਬੈਨਰਜੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਗਾ। ਕਲੀਅਰ ਹੈ ਜੀ? ਭੋਮੇਸ਼ ਚੰਦਰ ਬੈਨਰਜੀ, ਠੀਕ ਹੈ ਜੀ, ਜਾਂ WC ਬੈਨਰਜੀ। ਠੀਕ ਹੈ। ਤਾਂ ਇਸ ਸੈਸ਼ਨ ਦੇ ਵਿੱਚ ਪਹਿਲੀ ਵਾਰ ਕਿੰਨੇ ਨੇ ਭਾਗ ਲਿੱਤਾ ਸੀਗਾ? 72 ਡੈਲੀਗੇਟਸ ਨੇ, 72 ਪਰਸਨ ਨੇ, 72 ਬੰਦਿਆਂ ਨੇ ਕੀ ਸੀਗਾ ਜੀ 72 ਪਰਸਨ ਨੇ ਭਾਗ ਲਿੱਤਾ ਸੀਗਾ। ਕਿਹਦੇ ਵਿੱਚ ਭਾਗ ਲਿੱਤਾ ਸੀਗਾ ਜੀ? ਪਹਿਲਾ ਜਿਹੜਾ ਕਾਂਗਰਸ ਦਾ ਸੈਸ਼ਨ ਹੋਇਆ ਸੀਗਾ। ਠੀਕ ਹੈ ਜੀ। ਇਸ ਕੁਐਸਚਨ ਦਾ ਆਨਸਰ ਕੀ ਹੈ? ਜਿਹੜਾ ਥਿਓਸੋਫਿਕਲ ਸੋਸਾਇਟੀਜ਼ ਦੇ ਨਾਲ ਰਿਲੇਟਡ ਆ, ਉਹਦੇ ਆਨਸਰ ਬਣਦਾ ਜੀ ਐਨੀ ਬੇਸੈਂਟ। ਐਨੀ ਬੇਸੈਂਟ, ਐਨੀ ਬੇਸੈਂਟ ਨੇ ਇਹਦੀ ਕੀ ਕੀਤੀ ਸੀਗੀ ਸਥਾਪਨਾ ਕੀਤੀ ਸੀਗੀ। ਕਲੀਅਰ ਜੀ? ਐਨੀ ਬੇਸੈਂਟ। ਤੇ ਐਨੀ ਬੇਸੈਂਟ ਦੇ ਬਾਰੇ ਮੈਨੂੰ ਕਮੈਂਟ ਕਰਕੇ ਦੱਸੋ, ਫਟਾਫਟ ਕਮੈਂਟ ਕਰਕੇ ਦੱਸੋ ਤੁਸੀਂ ਕੀ ਕੁਝ ਜਾਣਦੇ ਹੋ। ਠੀਕ ਹੈ। ਕਾਫੀ ਕੁਝ ਮੈਨੂੰ ਪਤਾ ਇਹਦੇ ਬਾਰੇ ਜਾਣਦੇ ਹੋ। ਦੇਖਦੇ ਹਾਂ ਕੀ ਤੁਹਾਨੂੰ ਪਤਾ ਗਾ, ਤਾਂ ਉਹ ਚੀਜ਼ਾਂ ਮੈਨੂੰ ਤੁਸੀਂ ਦੱਸੋ ਇਹਦੇ ਵਿੱਚ ਤੁਸੀਂ ਕੀ ਕੁਝ ਜਾਣਦੇ ਹੋ, ਕੀ ਕੁਝ ਨਹੀਂ ਜਾਣਦੇ ਇਹਦੇ ਬਾਰੇ। ਠੀਕ ਹੈ ਜੀ। ਦੱਸੋ ਬਈ ਫਟਾਫਟ ਇਹਦੇ ਬਾਰੇ, ਫਿਰ ਮੈਂ ਤਾਂ ਦੱਸ ਹੀ ਦੇਣਾ। ਠੀਕ ਹੈ। ਜਿਹੜਾ ਕੀ ਸੀਗਾ ਐਨੀ ਬੇਸੈਂਟ, ਇਹਨੇ ਕੀ ਕੀਤਾ ਸੀਗਾ? ਆਇਰਲੈਂਡ ਦੀ ਸੀਗੀ, ਆਇਰਿਸ਼ ਲੇਡੀ, ਇੱਕ ਲੇਡੀ ਸੀਗੀ ਇਹ। ਠੀਕ ਹੈ ਜੀ। ਆਇਰਿਸ਼ ਵੂਮੈਨ ਸੀਗੀ ਇਹ। ਠੀਕ ਹੈ। ਜਿਹਨੇ ਕੀ ਕੀਤਾ ਸੀਗਾ ਜੀ 1917 ਦੇ ਵਿੱਚ, 1917 ਦਾ INC ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੀ ਸੀਗਾ ਜੀ ਸੈਸ਼ਨ ਸੀਗਾ, ਉਹਦੀ ਕੀ ਬਣੀ ਸੀਗੀ ਜੀ ਇਹ ਪ੍ਰਧਾਨ ਬਣੀ ਸੀਗੀ। ਇੰਡੀਅਨ ਨੈਸ਼ਨਲ ਦਾ ਜਿਹੜਾ ਕੀ ਸੀਗਾ ਜੀ ਉਹਦੇ ਵਿੱਚ ਕੀ ਬਣੀ ਸੀ 1917 ਦੇ ਵਿੱਚ ਪ੍ਰਧਾਨ ਬਣੀ ਸੀ। ਤੇ ਸੈਸ਼ਨ ਹੋਇਆ ਕਿੱਥੇ ਸੀਗਾ ਜੀ? ਕਲਕੱਤਾ। ਕਲਕੱਤਾ ਸੈਸ਼ਨ ਦੇ ਵਿੱਚ ਕੀ ਹੋਇਆ ਸੀਗਾ ਜੀ ਇਹ ਸੈਸ਼ਨ ਹੋਇਆ ਸੀਗਾ। ਠੀਕ ਹੈ ਜੀ। ਹਾਂ, ਕਲਕੱਤਾ ਦੇ ਵਿੱਚ ਇਹ ਕੀ ਹੋਇਆ ਸੀ ਸੈਸ਼ਨ ਹੋਇਆ ਸੀ ਜਦੋਂ ਇਹ ਕੀ ਸੀਗੀ ਜੀ ਇਹ ਪ੍ਰਧਾਨ ਬਣੀ ਸੀ। ਪਹਿਲੀ ਵੂਮੈਨ ਕੀ ਹੈ ਜਿਹੜੀ INC ਦੀ ਕੀ ਬਣੀ ਸੀਗੀ ਜੀ ਪ੍ਰੈਜ਼ੀਡੈਂਟ ਬਣੀ ਸੀ। ਕਦੇ 'ਚ ਬਣੀ ਸੀਗੀ? ਕਿੰਨੇ ਦੇ ਵਿੱਚ? 1917 ਦੇ ਵਿੱਚ। ਹੈ ਕਿੱਥੋਂ ਦੀ ਸੀ? ਆਇਰਲੈਂਡ ਦੀ, ਆਇਰਿਸ਼ ਦੇਸ਼ ਦੀ ਕੀ ਸੀਗੀ ਜੀ ਇਹ ਕੀ ਸੀਗੀ ਜੀ ਬਿਲੋਂਗ ਕਰਦੀ ਸੀਗੀ ਐਨੀ ਬੇਸੈਂਟ। ਗੱਲ ਕਰਦੇ ਹਾਂ ਜੀ ਲਾਰਡ ਡਫਰਨ ਦੀ। ਲਾਰਡ ਡਫਰਨ ਕੌਣ ਸੀਗਾ? ਲਾਰਡ ਡਫਰਨ ਡਫਰ ਜਿਹਾ ਬੰਦਾ ਸੀਗਾ ਜੀ ਡਫਰਨ। ਲਾਰਡ ਡਫਰਨ 1884 ਤੋਂ 88, ਇਹਦਾ ਸਮਾਂ ਟਾਈਮ ਪੀਰੀਅਡ ਲਿਖ ਲਓ 1884 ਤੋਂ ਲੈ ਕੇ 1888। ਜਿਹੜੇ ਤੁਸੀਂ ਕਹਿੰਦੇ ਹੋ ਸਾਡੇ ਗਵਰਨਰ ਜਨਰਲ 84 ਤੋਂ 88, ਸੌਰੀ 84 ਤੋਂ 88, ਜਿਹੜੇ ਤੁਸੀਂ ਕਹਿੰਦੇ ਹੋ ਸਾਡੇ ਸਰ ਗਵਰਨਰ ਜਨਰਲ ਰਹਿ ਗਏ, ਵਾਇਸਰਾਏ ਰਹਿ ਗਏ, ਆ ਦੇਖੋ ਨਾਲ ਦੀ ਨਾਲ ਕੀ ਹੋਈ ਜਾਂਦੇ ਨੇ ਤੁਹਾਡੇ ਇਹ ਕਵਰ ਹੋਈ ਜਾਂਦੇ ਨੇ। ਇਹ ਕੱਲੇ ਉਰੇ ਜੀ ਤੁਸੀਂ ਲਿਖ ਲਿਆ ਕਰੋ, ਉਰੇ ਮੈਂ ਆਪਾਂ ਸਾਰੇ ਚੀਜ਼ ਕਰਾਉਣੇ ਆ। 84 ਤੋਂ 88 ਤੱਕ ਦਾ ਇਹਦਾ ਕੀ ਹੈ ਵੀ ਕਾਰਜਕਾਲ ਸੀਗਾ। ਇਹ ਕੌਣ ਆ? ਆਪਣਾ ਵਾਇਸਰਾਏ ਆ ਕਿ ਗਵਰਨਰ ਜਨਰਲ ਆ? ਇਹ ਕੀ ਆ ਰਜੇ ਤੁਹਾਡਾ ਕੌਣ ਆਗਾ? ਇਹ ਵਾਇਸਰਾਏ ਆਗਾ। ਇਹ ਕੌਣ ਆਗਾ ਜੀ? ਇਹ ਵਾਇਸਰਾਏ ਆਗਾ। ਠੀਕ ਹੈ ਜੀ। ਭਾਰਤ ਦਾ ਵਾਇਸਰਾਏ ਸੀ। ਟਾਈਮ ਪੀਰੀਅਡ 84 ਤੋਂ 88। ਇਹਦੇ ਸਮੇਂ ਦੌਰਾਨ ਕੀ ਹੋਇਆ? 85 ਦੇ ਵਿੱਚ ਕੀ ਹੋ ਗਿਆ ਦੱਸੋ ਫਿਰ? ਇਹਦੇ ਸਮੇਂ ਦੌਰਾਨ ਹੀ ਸੀਗਾ 1885 ਦੇ ਵਿੱਚ INC ਦੀ ਕੀ ਕੀਤੀ ਗਈ ਸੀ? ਇਹਦੇ ਸਮੇਂ ਸਥਾਪਨਾ ਹੋਈ ਸੀ। ਕਿਹਦੇ ਦੁਆਰਾ ਕੀਤੀ ਗਈ ਸੀ? AU ਹਿਊਮ ਦੇ ਦੁਆਰਾ ਕੀਤੀ ਗਈ ਸੀ। ਇਹ ਕੰਮ ਤਾਂ ਇਹਦੇ ਸਮੇਂ ਕੀ ਹੋਇਆ ਸੀਗਾ ਜੀ ਆਹ ਵਾਲਾ ਹੋਇਆ ਸੀਗਾ। ਕਲੀਅਰ ਹੈ ਜੀ? ਇਹ ਚੀਜ਼ ਹੀ ਜ਼ਿਆਦਾ ਇੰਪੋਰਟੈਂਟ ਆ। ਇਸ ਸਮੇਂ ਇਹੀ ਚੀਜ਼ ਤੁਸੀਂ ਕੀ ਰੱਖ ਲਓ, ਨੋਟ ਕਰਕੇ ਰੱਖ ਲਓ। ਠੀਕ ਹੈ। ਚਲੋ ਨੈਕਸਟ ਆਪਣਾ ਕੀ ਆ ਵੀ ਕੁਐਸਚਨ ਆ ਹਾਂਜੀ। ਵੇਅਰ ਵਾਜ਼ ਦਾ ਫਸਟ ਮਦਰਸਾ ਸੈਟਅਪ ਬਾਏ ਦਾ ਬ੍ਰਿਟਿਸ਼ ਇਨ ਇੰਡੀਆ? ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਪਹਿਲਾ ਮਦਰਸਾ ਕਿੱਥੇ ਸਥਾਪਿਤ ਕੀਤਾ ਗਿਆ ਸੀ? ਆਹ ਕੁਐਸਚਨ ਵੈਰੀ ਇੰਪੋਰਟੈਂਟ। ਇਹ ਕੁਐਸਚਨ ਨਵਾਂ ਗਾ ਪੁਰਾਣਿਆਂ ਲਈ, ਤੇ ਨਵਿਆਂ ਲਈ ਤਾਂ ਨਵਾਂ ਹੀ ਹੁੰਦਾ ਗਾ, ਤੇ ਪੁਰਾਣਿਆਂ ਲਈ ਵੀ ਨਾ। ਮਦਰਸਾ ਦੱਸੋ ਮੈਨੂੰ, ਮਦਰਸਾ ਦਾ ਮੀਨਿੰਗ ਦੱਸੋ। ਮਦਰਸਾ ਕੀ ਹੁੰਦਾ ਗਾ? ਮਦਰਸਾ ਦਾ ਮੀਨਿੰਗ ਦੱਸਿਓ। ਜੇ ਨਹੀਂ ਪਤਾ ਤਾਂ ਦੱਸਿਓ। ਜੇ ਨਾ ਪਤਾ ਲੱਗਿਆ ਕੱਲ ਦੇ ਸੈਸ਼ਨ ਦੇ ਵਿੱਚ ਪੁੱਛਿਓ ਵੀ ਸਰ ਮਦਰਸਾ ਕੀ ਹੈ। ਠੀਕ ਹੈ। ਮਦਰਸਾ ਦਾ ਮੀਨਿੰਗ ਫੇਰ ਦੱਸੂ। ਅੱਜ ਤੁਸੀਂ ਇਹ ਤੇ ਆਪ ਜ਼ੋਰ ਲਾਓ, ਥੋੜੀ ਬਹੁਤੀ ਸਟੱਡੀ ਆਪ ਵੀ ਕਰਿਆ ਕਰੋ, ਕਿਉਂਕਿ ਸਾਰੀ ਪੱਕੀ ਪਕਾਈ ਖਿਚੜੀ ਨਾ ਭਾਲਿਆ ਕਰੋ। ਠੀਕ ਹੈ। ਥੋੜੀ ਬਹੁਤੀ ਆਪ ਵੀ ਪਕਾਇਆ ਕਰੋ, ਸਵਾਦ ਫੇਰ ਹੀ ਆਉਂਦਾ ਹੁੰਦਾ ਗਾ। ਠੀਕ ਹੈ। ਆਹ ਦੱਸਿਓ
ਤਾਂ ਇਹਦਾ ਆਨਸਰ ਮੈਂ ਜ਼ਰੂਰ ਦੱਸ ਦਿੰਦਾ। ਮੈਂ ਤੁਹਾਨੂੰ ਮੈਂ ਕੀ ਪੁੱਛਿਆ ਜੀ ਮਦਰਸਾ ਕੀ ਹੁੰਦਾ ਗਾ, ਉਹ ਪੁੱਛਿਆਗਾ। ਠੀਕ ਹੈ, ਤਾਂ ਇਹਦਾ ਆਨਸਰ ਕੀ ਹੈ? ਠੀਕ ਹੈ, ਇਸ ਕੁਐਸਚਨ ਦਾ ਜਿਹੜਾ ਆਨਸਰ ਬਣੂਗਾ ਉਸ ਦਾ ਦੱਸੋ ਜੀ ਕੀ ਆਨਸਰ ਆਊਗਾ। ਤਾਂ ਇਹਦਾ ਹੈਗਾ ਜੀ ਕਲਕੱਤਾ। ਆਨਸਰ ਕੀ ਹੈ ਜੀ? ਕਲਕੱਤਾ ਦੇ ਵਿੱਚ। ਠੀਕ ਹੈ ਜੀ, ਕਲਕੱਤਾ, ਬੰਬੇ ਤੇ ਮਦਰਾਸ। ਯਾਦ ਆਉਂਦਾ? ਕਲਕੱਤਾ, ਬੰਬੇ ਤੇ ਮਦਰਾਸ ਤਿੰਨੋਂ ਸ਼ਹਿਰ ਆ ਗਏ 1862 ਦੇ ਵਿੱਚ। ਆਪਾਂ ਇਹਦੇ ਵਿੱਚ ਕੀ ਪੜ੍ਹਦੇ ਹੁੰਦੇ ਆਂਗੇ ਜੀ? ਕਲਕੱਤਾ, ਬੰਬੇ ਤੇ ਮਦਰਾਸ ਦੇ ਵਿੱਚ ਕਿਹਦੀ ਸਥਾਪਨਾ ਕੀਤੀ ਗਈ ਸੀਗੀ ਜੀ? ਹਾਈ ਕੋਰਟ ਪੇਸ਼ੀਅਟ ਦੀ। ਸੀਲ ਹੋ ਗਿਆ ਚੰਡੀਗੜ੍ਹ ਸਾਰਾ, ਉਹ ਵਾਲਾ। ਠੀਕ ਹੈ ਨਾ ਜੀ, ਹਾਈ ਕੋਰਟ। ਹਾਈ ਕੋਰਟ ਦੇ ਬਾਰੇ ਪੜ੍ਹਦੇ ਹੁੰਦੇ ਆਂਗੇ। ਹਾਈ ਕੋਰਟ, ਹਾਈ ਕੋਰਟ ਦੇ ਬਾਰੇ ਪੜ੍ਹਦੇ ਆਪਾਂ। ਹਾਈ ਕੋਰਟ ਦੀ ਕੀ ਕੀਤੀ ਗਈ? ਸਥਾਪਨਾ ਕੀਤੀ ਗਈ 1862 ਦੇ ਵਿੱਚ। ਕਿੱਥੇ? ਕਲਕੱਤਾ, ਬੰਬੇ, ਮਦਰਾਸ। ਇਸ ਕੁਐਸਚਨ ਦਾ ਆਨਸਰ ਕੀ ਹੈ? ਕਲਕੱਤਾ ਗਾ। ਕਲਕੱਤਾ, ਬੰਬੇ, ਮਦਰਾਸ ਤੋਂ ਵੈਸੇ ਯਾਦ ਆ ਗਿਆ, ਤਾਂ ਕਰਕੇ ਮੈਂ ਇਨਫੋਰਮੇਸ਼ਨ ਤੁਹਾਨੂੰ ਮੈਂ ਦੱਸ ਰਿਹਾ ਗਾ। ਠੀਕ ਹੈ, ਵੀ ਉਹ ਨਾਲ ਦੀ ਨਾਲ ਨੋਟ ਕਰੀ ਚੱਲਿਆ ਕਰੋ। ਠੀਕ ਹੈ ਜੀ, ਤੇ ਇਹ ਕੀ ਹੈ ਜੀ? 3 ਹਾਈ ਕੋਰਟਾਂ ਦੀ ਕੀ ਕੀਤੀ? ਸਥਾਪਨਾ ਕੀਤੀ ਗਈ ਸੀ। ਕਿੱਥੇ ਕਿੱਥੇ? ਕਲਕੱਤਾ, ਬੰਬੇ ਤੇ ਮਦਰਾਸ ਦੇ ਵਿੱਚ। ਫਿਰ 1866 ਦੇ ਵਿੱਚ ਕਿੱਥੇ ਸਥਾਪਨਾ ਕੀਤੀ ਗਈ ਸੀ? ਚੌਥਾ ਹਾਈ ਕੋਰਟ ਸੀਗਾ, 4th ਹਾਈ ਕੋਰਟ। ਇਹਦੀ ਕਿੱਥੇ ਸਥਾਪਨਾ ਕੀਤੀ ਗਈ ਸੀਗੀ ਜੀ? ਇਲਾਹਾਬਾਦ ਦੇ ਵਿੱਚ। ਇਹਦੀ ਸਥਾਪਨਾ ਕਿੱਥੇ ਕੀਤੀ ਗਈ ਸੀ? ਇਲਾਹਾਬਾਦ ਦੇ ਵਿੱਚ। ਇਲਾਹਾਬਾਦ ਦੇ ਵਿੱਚ ਇਹਦੀ ਕੀ ਸੀ ਰਜੇ? ਸਥਾਪਨਾ ਕੀਤੀ ਗਈ ਸੀ। ਕਿਹਦੀ ਸਥਾਪਨਾ ਕੀਤੀ ਗਈ ਸੀ? ਚੌਥਾ ਹਾਈ ਕੋਰਟ। ਹਾਈ ਕੋਰਟ ਦਾ ਕਿੰਨੇ ਤੋਂ ਕਿੰਨੇ ਆਰਟੀਕਲ ਆ? ਆਰਟੀਕਲ 214 ਤੋਂ ਲੈ ਕੇ ਆਰਟੀਕਲ 231। ਭਾਗ ਕਿੰਨਾ ਹੁੰਦਾ? ਸਟੇਟਾਂ ਦਾ ਭਾਗ ਪੜ੍ਹੀ ਜਾਂਦੇ ਆ। ਭਾਗ ਕਿੰਨਾ ਹੁੰਦਾ ਜੀ? 6ਵਾਂ ਭਾਗ ਹੈ ਇਹਦਾ। ਠੀਕ ਹੈ, ਸਟੇਟਾਂ ਦੇ ਵਿੱਚ ਪੜ੍ਹਦੇ ਆਪਾਂ। ਕਲੀਅਰ ਆ? ਹਾਈ ਕੋਰਟ ਦੇ ਜੱਜ ਦੀ ਮਿਨੀਮਮ ਏਜ ਕੋਈ ਨਹੀਂ ਹੁੰਦੀ। ਮੈਕਸੀਮਮ ਜਿਹੜੀ ਏਜ ਆ ਉਹ ਕੀ ਹੈ ਜੀ? 60 ਤੋਂ ਵਧਾ ਕੇ ਕਿੰਨੀ ਕਰ ਦਿੱਤੀ ਗਈ ਆ? 62 ਕਰ ਦਿੱਤੀ ਗਈ ਆ। ਕੀ ਹੈ ਇਹ? ਮੈਕਸੀਮਮ ਏਜ। ਅਗਲਾ ਕੁਐਸਚਨ ਫਿਰ ਆ ਗਿਆ ਤੁਹਾਡੇ ਵਾਸਤੇ। ਹੋਮਵਰਕ ਸੁਣੀ ਚੱਲਿਓ ਅੱਜ ਦੇ ਇਹਦੇ ਵਿੱਚ, ਵੀਡੀਓ ਦੇ ਵਿੱਚ ਵੀ ਕੀ ਤੁਹਾਡੇ ਵਾਸਤੇ ਕਿਹੜੇ ਕੁਐਸਚਨ ਮੈਂ ਦਿੱਤੇ ਨੇ। ਡੇਲੀ ਦੇ ਕੇ ਜਾਇਆ ਕਰਾਂਗੇ। 60 ਤੋਂ ਲੈ ਕੇ 62 ਸਾਲ ਕੀ ਕੀਤੀ ਗਈ ਆ? ਮੈਕਸੀਮਮ ਏਜ ਕੀਤੀ ਗਈ ਆ। ਕਿਹੜੀ ਅਮੈਂਡਮੈਂਟ ਹੋਈ ਹੈ? ਕੈਮੀ ਅਮੈਂਡਮੈਂਟ ਦੇ ਰਾਹੀਂ ਜਿਹੜੀ 60 ਤੋਂ ਇਹਨਾਂ ਦੀ ਕੀ ਕੀਤੀ ਗਈ ਆ? 62 ਕੀਤੀ ਗਈ ਹੈਗੀ। ਇਹ ਤੁਸੀਂ ਦੱਸਣਾਗਾ। ਫਿਰ ਆਪਦੇ ਵੈਲਿਊਏਬਲ ਕਮੈਂਟਾਂ ਦੇ ਵਿੱਚ ਮੈਨੂੰ ਦੱਸਿਓ। ਠੀਕ ਹੈ ਜੀ, ਤਾਂ ਇਹ ਸੀਗਾ ਇਹਦਾ ਇਸ ਕੁਐਸਚਨ ਦਾ ਆਨਸਰ ਸੀਗਾ। ਠੀਕ ਹੈ ਜੀ, ਚਲੋ ਜੀ ਨੈਕਸਟ ਕੁਐਸਚਨ। ਹਾਂਜੀ, ਡੈਸ਼ ਵਾਜ ਦਾ ਸੈਂਟਰ ਆਫ ਦਾ ਅਲੀਗੜ੍ਹ ਮੂਵਮੈਂਟ। ਅਲੀਗੜ੍ਹ ਅੰਦੋਲਨ ਦਾ ਕੇਂਦਰ ਕਿਹਨੂੰ ਮੰਨਿਆ ਜਾਂਦਾ ਗਾ? ਅਲੀਗੜ੍ਹ ਅੰਦੋਲਨ ਸੀਗਾ ਵੀ ਜਿਹੜਾ, ਉਹਦਾ ਕੇਂਦਰ ਕਿਹਨੂੰ ਮੰਨਿਆ ਜਾਂਦਾ ਗਾ? ਦੇਵਬੰਦ ਸਕੂਲ ਨੂੰ, ਦਾ ਐਂਗਲੋ ਓਰੀਐਂਟਡ ਕਾਲਜ, ਪੀਰ ਫਕੀਰ ਮਜਲਿਸ, ਦਾ ਖਿਲਾਫਤ ਕਮੇਟੀ। ਤਾਂ ਅਲੀਗੜ੍ਹ ਅੰਦੋਲਨ ਦਾ ਜਿਹੜਾ ਸੀਗਾ ਵੀ ਕਿਹਨੂੰ ਮੰਨਿਆ ਜਾਂਦਾ? ਐਂਗਲੋ ਓਰੀਐਂਟਡ ਕਾਲਜ। ਦਾ ਐਂਗਲੋ ਓਰੀਐਂਟਡ ਕਾਲਜ ਨੂੰ ਕੀ ਕਿਹਾ ਜਾਂਦਾ ਗਾ ਜੀ? ਇਹਦਾ ਆਨਸਰ ਆਊਗਾ। ਠੀਕ ਹੈ ਜੀ, ਅਲੀਗੜ੍ਹ ਮੂਵਮੈਂਟ ਦਾ ਕੀ ਹੈ ਜੀ? ਕੇਂਦਰ ਮੰਨਿਆ ਜਾਂਦਾ ਗਾ। ਠੀਕ ਹੈ ਜੀ, ਅਲੀਗੜ੍ਹ ਮੂਵਮੈਂਟ, ਅਲੀਗੜ੍ਹ ਜਿਹੜੀ ਗਤੀਵਿਧੀ ਹੋਈ ਸੀ ਇਹਦਾ ਮੁੱਖ ਕਾਰਨ ਕੀ ਸੀ? ਕਾਰਨ ਸੁਣੋ, ਅਲੀਗੜ੍ਹ ਮੂਵਮੈਂਟ ਦਾ ਮੁੱਖ ਕਾਰਨ ਇੱਕੋ ਇੱਕ ਕਾਰਨ ਹੈ ਜੀ ਵੀ ਕੀ ਸੀਗਾ? ਜਿਹੜਾ ਕੀ ਸੀਗਾ ਅਲੀਗੜ੍ਹ ਮੂਵਮੈਂਟ ਦਾ ਇਹੋ ਕਾਰਨ ਸੀਗਾ ਵੀ ਜਿਹੜਾ ਸੀਗਾ ਸਿੱਖਿਆ ਪ੍ਰੋਵਾਈਡ ਕਰਨਾ, ਮਾਡਰਨ ਐਜੂਕੇਸ਼ਨ ਪ੍ਰੋਵਾਈਡ ਕਰਨਾ। ਮਾਡਰਨ ਐਜੂਕੇਸ਼ਨ ਨੂੰ ਕੀ ਕਰਨਾ? ਪ੍ਰੋਵਾਈਡ ਕਰਨੀ, ਮਾਡਰਨ ਸਿੱਖਿਆ ਦੇਣਾ। ਕਿਹਦੇ ਵਿੱਚ? ਇਨ ਦਾ ਮੁਸਲਿਮ ਕਮਿਊਨਿਟੀ ਦੇ ਵਿੱਚ। ਮੁਸਲਿਮ ਕਮਿਊਨਿਟੀ ਦੇ ਵਿੱਚ ਕਹਿੰਦਾ ਕੀ ਹੈ ਜੀ? ਮਾਡਰਨ ਐਜੂਕੇਸ਼ਨ ਨੂੰ ਕੀ ਕਰਨਾ ਗਾ ਜੀ? ਪ੍ਰੋਵਾਈਡ ਕਰਨਾ। ਕਿਉਂਕਿ ਅੱਗੇ ਸਟੇਟਮੈਂਟ ਵਾਲੇ ਕੁਐਸਚਨ ਆਉਣਗੇ, ਸਟੇਟਮੈਂਟ ਵਾਲੇ ਕੁਐਸਚਨ ਆਪਾਂ ਲੈ ਕੇ ਆਇਆ ਕਰਾਂਗੇ, ਉਹਦੇ ਵਿੱਚ ਫਿਰ ਇਹ ਕੰਮ ਆਇਆ ਕਰੂਗਾ ਵੀ ਅਲੀਗੜ੍ਹ ਮੂਵਮੈਂਟ ਦਾ ਕੀ ਉਦੇਸ਼ ਸੀਗਾ। ਇੱਕੋ ਇੱਕ ਉਦੇਸ਼ ਸੀਗਾ ਵੀ ਮਾਡਰਨ ਸਿੱਖਿਆ ਨੂੰ ਕੀ ਕਰਨਾ ਜੀ? ਮੁਹੱਈਆ ਕਰਵਾਉਣਾ। ਠੀਕ ਹੈ, ਮਾਡਰਨ ਸਿੱਖਿਆ ਦੇਣੀ। ਕਿਹਦੇ ਵਿੱਚ ਦੇਣੀ ਹੈ ਜੀ? ਆਪਣਾ ਮੁਸਲਿਮ ਕਮਿਊਨਿਟੀ ਦੇ ਵਿੱਚ ਮਾਡਰਨ ਸਿੱਖਿਆ ਨੂੰ ਕੀ ਕਰਵਾਉਣਾ ਜੀ? ਮੁਹੱਈਆ ਕਰਵਾਉਣਾ। ਕਲੀਅਰ ਹੈ ਜੀ, ਇਹ ਉਹਦੇ ਦਾ ਕੀ ਸੀਗਾ? ਉਦੇਸ਼ ਸੀਗਾ। ਤੇ ਅਲੀਗੜ੍ਹ ਮੂਵਮੈਂਟ ਦਾ ਜਿਹੜਾ ਸੈਂਟਰ ਕਿਹਨੂੰ ਮੰਨਿਆ ਜਾਂਦਾ? ਦਾ ਐਂਗਲੋ ਓਰੀਐਂਟਡ ਕਾਲਜ ਨੂੰ। ਠੀਕ ਹੈ, ਨੈਕਸਟ ਅਗਲਾ। ਹੂ ਫਾਊਂਡਡ ਦਾ ਵਿਡੋ ਰੀਮੈਰਿਜ ਐਸੋਸੀਏਸ਼ਨਸ 1850। ਵਿਡੋ ਰੀਮੈਰਿਜ ਐਕਟ, ਸਤੀ ਪ੍ਰਥਾ ਦਾ ਖਾਤਮਾ ਕਰਨਾ। ਠੀਕ ਹੈ ਜੀ, ਵੋਮੈਨ ਨੂੰ ਸਿੱਖਿਅਕ ਕਰਨਾ। ਦੱਸੋ ਕਿਹੜਾ ਗਵਰਨਰ ਜਨਰਲ ਸੀ ਜਾਂ ਵਾਇਸਰਾਏ ਲੈ ਕੇ ਆਇਆ? ਕਮੈਂਟ ਕਰਕੇ ਦੱਸੋ ਫਟਾਫਟ, ਕਿਹੜੇ ਗਵਰਨਰ ਜਨਰਲ ਜਾਂ ਵਾਇਸਰਾਏ ਨੇ ਇਹ ਕੀਤਾ ਸੀਗਾ ਜੀ? ਦੱਸੋ ਜੀ, ਕਿਹੜਾ ਵਾਇਸਰਾਏ ਸੀ ਜਾਂ ਗਵਰਨਰ ਜਨਰਲ ਸੀਗਾ ਜੋ ਇਹ ਚੀਜ਼ਾਂ ਨੂੰ ਕੀ ਆ ਵੀ ਲੈ ਕੇ ਆਇਆ ਸੀਗਾ? ਪਹਿਲਾਂ ਇਹ ਦੱਸੋ ਵੀ ਗਵਰਨਰ ਜਨਰਲ ਸੀਗਾ ਕਿ ਵਾਇਸਰਾਏ ਸੀਗਾ? ਪਹਿਲਾਂ ਤਾਂ ਇਹੀ ਦੱਸਿਆ ਕਰੋ, ਬਾਕੀ ਤਾਂ ਫਿਰ ਬਾਅਦ 'ਚ ਪਤਾ ਲੱਗੂਗਾ ਤੁਹਾਨੂੰ।
दसो जी दसो, वैरी गुड, फटाफट दसो। दसो जी। हाँ, ये की है जी, ये आऊगा लॉर्ड डलहौजी। लॉर्ड डलहौजी के समय सीगा जी ये, ठीक है जी। की सीगा लॉर्ड डलहौजी के समय की आऊगा जी, ये अपना की सीगा बिडो रीमैरिज एक्ट नूं ये लैके आए सीगे, सती प्रथा का खात्मा, तो सिक्ख्याक की करना भी लेडीज़ नूं की देनी जी, सिक्ख्या प्रोवाइड, एजुकेशन प्रोवाइड करना। लॉर्ड डलहौजी 48 तो 56 तक लिख लो जी, लॉर्ड डलहौजी 48 तो 1856 तक का की है जी इसका टाइम पीरियड है, 1848 तो 1856 सीगा, ठीक है जी। 1848 तो लैके 1856 बिडो रीमैरिज एक्ट इस समय आया सीगा जी, ठीक है जी। एक ये क्वेश्चन बहुत वधिया हुंदा, बिडो रीमैरिज एक्ट दे विच किहड़े भारती ने साथ दिता सीगा, तो भारती कौन सीगा, जिहड़ा अपना इधरला भारती सीगा, इंडियन सीगा, जिन्हें साथ दिता सीगा, ठीक है जी, इंडिया दे विच। तां ओह कौन सीगा, ईश्वर चंद्र विद्यासागर। इन्हें हामी भरी सी भी ठीक है यार, बिडो रीमैरिज एक्ट का मतलब की सी, जे एक बार कोई लेडीज़ की हो जाती सी, कोई विधवा हो जाती सी, तां इह की सीगे, अपने लोग चाहुंदे सी कि उहदा दुबारा तो की नहीं हो सकता, ब्याह नहीं हो सकता। पर ईश्वर चंद्र विद्यासागर ने आख्या सीगा भी ये किते भी नहीं हैगा, ठीक है जी, तो वह असीं की कर सकते, कहता दुबारा तो, कहता उन्होंने भी एक आपदा जीवन बतीत करने का अधिकार हैगा गा, भी वह दोबारा तो की कर सकते, असीं ब्याह कर सकते हैं। अंग्रेज़ों की गल दे विच उहने कीता सीगा, समर्थन दिता सीगा। क्लीयर है जी। ये सी डॉक्ट्राइन ऑफ लैप्स, लैप्स की नीति ये समय आई सी, डलहौजी के समय आई सी। रेलवे लाइन की है ये समय हुई सी, शुरुआत हुई सी। पोस्टल स्टैंप ये समय रिलीज़ हुई सीगियां। आ सारिया चीज़ां देखो लॉर्ड डलहौजी चल रहा, ये चीज़ां तुसीं करी चलो नाल दी नाल, ठीक है जी। इन्हों नाल दी नाल की है भी तुसीं पढ़िया करो। ईश्वर चंद्र विद्यासागर आ जिहड़ा सीगा, इहने किहदा साथ दिता सीगा, किहदा साथ दिता सीगा जी, किहदा साथ दिता सीगा, बिडो रीमैरिज एक्ट का। हू फाउंडड द बिडो रीमैरिज एसोसीएशन। गल करते हैं आपां क्वेश्चन की भी, आ बिडो रीमैरिज एसोसीएशन या एक संगठन की स्थापना किहने कीती सी, तां किहने कीती सीगी जी, तां ओह कौन सीगा जी, विष्णु शास्त्री पंडित। विष्णु शास्त्री पंडित ने की कीती सी जी, दी स्थापना कीती सीगी, विष्णु शास्त्री पंडित ने, ठीक है जी। नैक्सट जिहड़ा अगला क्वेश्चन आ, हू लैड द बरदौली मूवमेंट। बरदौली अंदोलन की अगवाही किसने कीती सीगी। बरदौली दे विच एक मूवमेंट हुई सी, एक साड़ियाँ इंडियन नैशनल मूवमेंट जो आप पढ़ते होंगे उहदे विच आपां ये आउंदा गा, तुहानूं दसदे हुंदे कि बरदौली दे विच की एक सत्याग्रह चलाया गया सीगा, किने किस दे द्वारा चलाया गया सीगा, ठीक है जी। बरदौली मूवमेंट है की आ, ये दस्सो तुसीं, बरदौली मूवमेंट है की। तां जिहड़ा इहदा आंसर की आऊगा भी, जिहड़ा बरदौली दे विच की है जिहड़ी मूवमेंट इस शुरू की गई सीगी, तां ओह किहदे द्वारा कीती गई, वल्लभ भाई पटेल दे द्वारा, ठीक है जी। इनू होर की कहा जाता गा, बिस्मार्क ऑफ इंडिया भी कहा जाता गा, बिस्मार्क ऑफ इंडिया दे नाम दे नाल इनू जानते हैं। होर इनू की कहा जाता गा, आयरन मैन ऑफ इंडिया, ठीक है जी। वल्लभ भाई पटेल दी, सरदार वल्लभ भाई पटेल दी जिहड़ी की आ हुण नरिंਦਰ दमोदर दास मोदी, ठीक है जी, तां उन्हां दे द्वारा की है एक मूर्ति बनाई गई आ। दसो फिर कित्थे बनाई हुई हैगी, ओहदा भी कमेंट करके दसो, ये जिहड़ी मूर्ति वो कित्थे बनाई हुई हैगी, सरदार वल्लभ भाई पटेल की बहुत वड्डी मूर्ति आ। जदों राज दे विच तुसीं एंटर करोगे पहली पता लग जू भी वो उत्थे कुछ दिसी जांदा गा, तां ओह कौन आ जी, वल्लभ भाई पटेल दी। गल करते हैं महात्मा गांधी, नवजीवन जंग इंडिया ते हरिजन। न्यूज़पेपर किहदे ने जी, महात्मा गांधी दे, नवजीवन जंग इंडिया ते हरिजन, ठीक है जी। इंडियन ओपीनियन नाम की मैगजीन भी इस दी आ, हिंद स्वराज नाम की किताब भी आ, आटोबायोग्राफी माई एक्सपैरीमेंट विद ट्रुथ। ये सारे का सारा कुछ किहदे नाल रिलेटेड आ, गांधी नाल रिलेटेड आ, ठीक है जी। किहदे नाल रिलेटेड आ जी, गांधी नाल। गांधी नूं ट्रेन दे विचों सेंट पीटरसबर्ग दे विच धक्का दे के अंग्रेज़ां दे द्वारा की कीता गया सीगा, थल्ले सुੱਟ दिता गया सीगा, ठीक है जी। वो भी आपां इहदे बारे पढ़ते होंगे आगे, ठीक है जी। राजा गोपालचारिया, सी राजा गोपालचारिया, इहदे बारे तां बहुत कुछ आपां एंड दे उत्ते पढ़ते होंगे आगे, ठीक है जी। सी राजा गोपालचारिया कौन सीगे, दसो जी। सी राजा जिहड़े सीगे गोपालचारिया, आपां वायसराय दे विच भी आपां इस तुहानूं मैं दसदा हुंदा, सी राजा गोपालचारिया कौन सीगे। सी राजा गोपालचारिया द फर्स्ट एंड लास्ट इंडियन गवर्नर जनरल, द फर्स्ट एंड लास्ट इंडियन गवर्नर जनरल ऑफ फ्री इंडिया, द फर्स्ट एंड लास्ट गवर्नर जनरल ऑफ
फ्री इंडिया, द फर्स्ट एंड लास्ट गवर्नर जनरल ऑफ फ्री इंडिया ਹੁੰਦੇ। क्लीयर है जी। तो सी राजा गोपालचारी सीगे। अगला क्वेश्चन, महात्मा गांधी गिव द टाइटल ऑफ द सरदार। महात्मा गांधी ने एक टाइटल दिता सीगा किहदा जी, सरदार दा, टू वल्लभ भाई पटेल। वल्लभ भाई पटेल दिता गया फॉर हिज ग्रेट ऑर्गेनाइजेशन स्किल्स। किहड़े उहदे एफर्टां किहड़े उहदे जतनां दे सदका की है जी ये दिता गया सीगा, दसो जी की जतनां सदका उहनूं ये, ठीक है जी, किहड़ी मूवमेंट के सदका उन्हें दिता गया सीगा। बरदौली तुहानूं दस्सिया तेगा बरदौली सत्याग्रह, ठीक है जी। साल्ट नमक सत्याग्रह नहीं है, तो आपां वैसे पढ़दा हुंदे आंगे। खेड़ा सत्याग्रह भी 1917-1918 ਦੇ ਵਿੱਚ ਕੀ ਸੀਗੀ, खेड़ा मूवमेंट ਨੂੰ ਕੀ ਕੀਤਾ ਗਿਆ ਸੀਗਾ। 1917-18 ਦੇ ਵਿੱਚ ਇਹ मूवमेंट्स ਕੀ ਸੀਗੀਆਂ ਜੀ, ਸ਼ੁਰੂ ਹੋਈਆਂ ਸੀ। खेड़ा हो गया, ठीक है जी, इंडिको नील दी हो गया, ये पढ़िया सीगियां। ते साल्ट आपां 1900 की सीगा जी 1931 ਦੇ ਵਿੱਚ साल्ट कानून बनाया गया सीगा, ठीक है जी। क्लीयर जी, साल्ट कानून बनाया गया सी, ਉਹਦੇ ਵਿਰੁੱਧ ਕੀ है जी ਇਹ ਕੀਤਾ ਗਿਆ ਸੀਗਾ। खेड़ा मूवमेंट ਤੁਹਾਨੂੰ पता ही है, ठीक है जी। ਤਾਂ ਇਹਦੇ ਵਿੱਚ ਕੀ ਸੀਗਾ, ਜਿਹੜਾ ਇਹ ਆਊਗਾ ਸਰਦਾਰ ਦਾ ਟਾਈਟਲ ਦਿੱਤਾ ਗਿਆ ਸੀ ਵੱਲਭ ਭਾਈ ਪਟੇਲ ਨੂੰ, ਕਿਹੜੇ ਉਹਦੇ ਵਿੱਚ, ਬਰਦੌਲੀ ਸੱਤਿਆਗ੍ਰਹਿ ਦੇ ਵਿੱਚ। ਆ ਨਾਰਾਜ਼ ਨਾ ਹੋਇਓ ਵੀ ਸਰ ਦੱਸਦੇ ਨਹੀਂ, ਇੱਥੇ ਮੈਂ ਹੋਰ ਕੁਐਸਚਨ ਲੈ ਕੇ ਆਉਣੇ ਨੇ ਬਰਦੌਲੀ ਸੱਤਿਆਗ੍ਰਹਿ ਦੇ ਨਾਲ ਰਿਲੇਟਡ, ਕਾਫੀ ਸਾਰੇ ਹੋਰ ਕੁਐਸਚਨ ਨੇ। ਹਜੇ ਤੁਹਾਡਾ ਖਹਿੜਾ ਨਹੀਂ ਛੱਡਦੇ, ਮੈਨੂੰ ਪਤਾ ਹਜੇ ਤਾਂ ਤੇਰਾ ਸਿਰਫ ਇੰਨੇ ਕੁਐਸਚਨਾਂ ਥੋੜੀ ਜਾਣ ਪਛਾਣ ਹੀ ਹੋ ਰਹੀ ਹੈ ਮਾਡਰਨ ਦੇ ਨਾਲ। ਇਹ ਤੋਂ ਇਲਾਵਾ ਹੋਰ ਕਾਫੀ ਸਾਰੇ ਹੋਰ ਸੈਸ਼ਨ ਆਪਾਂ ਲੈ ਕੇ ਆਇਆ ਕਰਾਂਗੇ ਮਾਡਰਨ ਦੇ ਵਿੱਚੋਂ, ਕਾਫੀ ਸਾਰੇ ਆਪਾਂ ਤੁਹਾਨੂੰ ਕੁਐਸਚਨ ਕਰਾਉਣੇ ਆਂਗੇ, ठीक है। फिर इसे दे विच आपां दोबारा तो दोबारा की आप डिस्कशनस करांगे चंगी तरह। जिद्दे सोडी तसल्ली होगी आपां सोनू तसल्ली करा के फिर सोनू पुछांगे भी हुण मैडीवीएल दे जिवें हो गए सी भी हुण ठीक है ओके आ, भी फिर आपां एंशिएंट दे जां आपां पॉलिटी दे फिर आपां MCQ की करांगे, शुरू करांगे। क्लीयर है जी, जो तुसीं आखोगे। चलो नैक्सट क्वेश्चन की है, वैन एंड वेयर द परमानेंट सैटलमेंट। परमानेंट सैटलमेंट की है जी, एक की हुंदा सीगा, एक लगान हुंदा सीगा जिहड़ा अंग्रेज़ां द्वारा की कीता जांदा सी, ब्रिटिश ईस्ट इंडिया द्वारा की है जी वसूलिया जांदा सीगा, ठीक है जी। परमानेंट सैटलमेंट एक ये लगान सीगा। तां ये कित्थे शुरू की गई सी, कित्थे इंट्रोड्यूस, कॉर्नवालिस दे समय की है जी, लॉर्ड कॉर्नवालिस, ठीक है जी, लॉर्ड कॉर्नवालिस दे समय की है जी इहनूं की कीता गया सीगा, इंट्रोड्यूस किया गया सीगा। किहनूं इंट्रोड्यूस किया गया सीगा जी, परमानेंट सैटलमेंट ऑफ बंगाल, ठीक है जी, लॉर्ड कॉर्नवालिस, ठीक है जी। तां इहदे समय की सीगा, कित्थे कित्थे इंट्रोड्यूस की गई सी, ये कित्थे कित्थे ये इंट्रोड्यूस कित्थे कित्थे की गई सीगी, ये वो दसो जी। कॉर्नवालिस परमानेंट सैटलमेंट ऑफ बंगाल। होर इहनूं की बोलिया जांदा सीगा, जमींदारी सिस्टम भी कहा जांदा सीगा, जमींदारी सिस्टम भी इस इहनूं कहा जांदा सीगा। कहण दा मतलब की हुंदा सीगा, अपने भारत दे लोग की है बई आपदे खेतां दे विच जिहड़ी फसल बीजदे सी, फसल दा कुछ हिस्सा टैक्स दे रूप दे विच जां फसल तो जिन्नी आमदन हुंदी सी, ठीक है, वो आमदन दा कुछ हिस्सा टैक्स दे रूप दे विच ब्रिटिश ईस्ट इंडिया कंपनी नूं देना पैंदा सीगा। ਉਹਨੂੰ ਕੀ ਬੋਲਦੇ ਸੀ, ਇਹ परमानेंट सैटलमेंट ऑफ बंगाल। ਤਾਂ ਇਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਕੀਤੀ ਗਈ ਸੀਗੀ, ਕਿੱਥੇ ਸ਼ੁਰੂ ਕੀਤੀ ਗਈ ਸੀ, ਇਹਦਾ ਜਿਹੜਾ ਕੌਰਨਵਾਲਿਸ ਦੇ ਸਮੇਂ ਹੋਈ ਸੀ 1700, ਕੌਰਨਵਾਲਿਸ ਦਾ ਸਮਾਂ ਕੀ ਹੈ 1786 ਤੋਂ ਲੈ ਕੇ 1793 ਤੱਕ ਦਾ ਇਹਦਾ ਕੀ ਹੈ ਜੀ ਸਮਾਂ ਗਾ। ਹੁਣ ਧਿਆਨ ਦੇ ਲਿਆ ਕਰੋ, ਜਿਹੜੇ ਕੀ ਜਾਂਦੇ ਨੇ ਗਵਰਨਰ ਜਨਰਲ ਵਾਇਸਰਾਏ, ਤੀਜਾ ਗਰਮਾ ਆਪਣਾ ਆ ਗਿਆ, ਇਹ ਆਪਾਂ ਲੋ ਡਲਹੌਜੀ ਵੀ ਕਰਾਤਾ, ਡਫਰਨ ਵੀ ਕਰਾਤਾ, ਤੇ ਹੁਣ ਆ ਕਿਹੜਾ ਪੜ੍ਹੀ ਜਾਂਦੇ ਆ, कॉर्नवालिस। टाइम पीरियड लिख लिया, की होया सी इहदे समय, परमानेंट सैटलमेंट ऑफ बंगाल जां जमींदारी सिस्टम की कीता गया सीगा जी, लागू किया गया सी। कित्थे कित्थे कीती गई सी, बंगाल, उड़ीसा ते बिहार दे विच। आंसर की है जी, डी ऑप्शन आ जूगी। होर इहदे समय की सीगा, उहदे इहदे समय होर की, कोडिफाई ऑफ लॉ। कोडिफाई दा लॉ दा मतलब की सीगा, मालिया जिहड़ा अपना इकट्ठा करना सी उहनूं अलग रखिया गया, कमर्शियल कामां नूं अलग रखिया गया सीगा, ठीक है। कमर्शियल मतलब माल लगान इकट्ठा लगान वसूलना, कमर्शियल मतलब वपारक कामां नूं अलग रखिया गया सी, प्रशासनिक कामां नूं अलग रखिया गया सी। ਤਿੰਨ ਭਾਗਾਂ ਦੇ ਵਿੱਚ ਇਹ ਚੀਜ਼ਾਂ ਨੂੰ ਕੀ ਆ ਵੰਡਿਆ ਗਿਆ ਸੀਗਾ ਕੌਰਨਵਾਲਿਸ ਦੇ ਸਮੇਂ। ਕੀ ਕਿਹੜੀਆਂ ਸੀਗੀਆਂ, ਪ੍ਰਸ਼ਾਸनिक ਕੰਮ ਹੋ ਗਏ ਸੀਗੇ, ਦੂਸਰਾ ਸੀਗਾ ਵਪਾਰਕ ਕੰਮ ਹੋ ਗਏ ਸੀ, ਤੀਸਰਾ ਜਿਹੜਾ ਸੀਗਾ ਮਾਲੀਆ ਇਕੱਠਾ ਕਰਨਾ ਜਾਂ ਲਗਾਨ ਵਸੂਲਣਾ। ਤਿੰਨਾਂ ਭਾਗਾਂ ਨੂੰ ਅਲੱਗ-ਅਲੱਗ ਰੱਖਿਆ ਗਿਆ ਸੀ ਤੇ ਤਿੰਨਾਂ ਭਾਗਾਂ ਦੇ ਸੰਬੰਧ ਦੇ ਵਿੱਚ ਅਲੱਗ-ਅਲੱਗ ਕੀ ਬਣਾਏ ਗਏ, ਕਾਨੂੰਨ ਬਣਾਏ ਗਏ, ਜਿਹਨੂੰ ਕੀ ਕਿਹਾ ਜਾਂਦਾਗਾ, कॉर्नवालिस दे कोडिफाई लॉ बोलिया जांदा गा।
ਕੋਡੀਫਾਈ ਲਾਅ ਕਿਹਨੂੰ ਕਿਹਾ ਜਾਂਦਾ ਰਾਜੇ? 3 ਭਾਗ ਸੀਗੇ, 3 ਭਾਗਾਂ ਦੇ ਵਿੱਚ ਕੀ ਹੈ ਜੀ ਇਹਨਾਂ ਨੂੰ ਕੀ ਡਿਵਾਈਡੇਸ਼ਨ ਕੀਤੀ ਗਈ ਸੀਗੀ, ठीक है जी। कॉर्नवालिस दे कोडिफाई लॉ ਤੇ ਇਹਦੇ ਵਿੱਚ ਆਪਾਂ ਕੀ ਲਿਖ ਸਕਦੇ ਆ? ਪਹਿਲਾ ਪੁਆਇੰਟ ਕੀ ਆ? ਪਰਮਾਨੈਂਟ ਸੈਟਲਮੈਂਟ ਆਫ ਬੰਗਾਲ ਜਾਂ ਜ਼ਮੀਨਦਾਰੀ ਦੀ ਸ਼ੁਰੂਆਤ ਹੋਈ। ਦੂਸਰਾ ਕੀ ਸੀਗਾ? ਕੋਡੀਫਾਈ ਆਫ ਲਾਅ। ਕੋਡੀਫਾਈ ਆਫ ਲਾਅ ਦੀ ਕੀ ਕੀਤਾ ਗਿਆ ਜੀ? ਸ਼ੁਰੂਆਤ ਕੀਤੀ ਗਈ, ਸਟਾਰਟਿੰਗ ਕੀਤੀ ਗਈ ਸੀਗੀ ਜੀ। ਕਲੀਅਰ ਹੈ ਜੀ। ਪੁਲਿਸ ਸੰਬੰਧੀ ਸੁਧਾਰ ਕੀਤੇ ਗਏ ਸੀ। ਸਿਵਲ ਸਰਵਿਸ ਪੁਲਿਸ ਸੰਬੰਧੀ ਰਿਫਾਰਮਸ ਲੈ ਕੇ ਆਇਆ ਸੀਗਾ ਇਸ ਪਰਸਨ ਦੇ ਦੁਆਰਾ। ਪੁਲਿਸ ਰਿਫਾਰਮਸ ਲੈ ਕੇ ਆਇਆ ਸੀ, ਪੁਲਿਸ ਸੰਬੰਧੀ ਸੁਧਾਰ ਕੀਤੇ ਗਏ ਸੀ। ਸਿਵਲ ਸਰਵਿਸ ਜਿਹੜੀਆਂ ਸਿਵਲ ਸਰਵਿਸ ਦੀਆਂ ਜਿਹੜੀਆਂ UPSC ਦੇ ਐਗਜ਼ਾਮ ਹੁੰਦੇ ਨੇ ਉਹ ਇਹਦੀ ਬਦੌਲਤ ਹੀ ਕੀ ਕੀਤੇ ਗਏ ਸੀਗਾ। ਫਾਦਰ ਆਫ ਦਾ ਸੈਲਫ ਗਵਰਨਮੈਂਟ, ਆਪਾਂ ਫਾਦਰ ਆਫ ਦਾ ਫਾਦਰ ਆਫ ਦਾ ਕੀ ਆ ਬਈ ਸੈਲਫ ਗਵਰਨਮੈਂਟ ਵੀ ਬੋਲਿਆ ਜਾਂਦਾ ਗਿਆ ਇਹਨੂੰ। ਵੈਸੇ ਆਹ ਲਿਖੋ ਤੁਸੀਂ ਆਪਣਾ ਇਹ ਰਹਿਣ ਦਿਓ, ਸੈਲਫ ਗਵਰਨਮੈਂਟ ਵਾਲਾ ਰਹਿਣ ਦਿਓ, ਇਹਨਾਂ ਪੁਆਇੰਟ ਲਿਖ ਖੁੱਲ ਜਾਓਗੇ। ਆਹੀ ਲਿਖਣਾ ਆਪਾਂ, ਇਹਨੂੰ ਕੀ ਬੋਲਿਆ ਜਾਂਦਾ ਗਾ ਜੀ? ਇਹਨੂੰ ਸਿਵਲ ਸਰਵਿਸ ਜਿਹੜੇ ਐਗਜ਼ਾਮ ਸੀਗੇ ਵੀ ਇਹਦੇ ਦੁਆਰਾ ਕੀ ਕੀਤੇ ਗਏ ਸੀਗੇ, ਸ਼ੁਰੂ ਕੀਤੇ ਗਏ ਸੀਗੇ। ਕਲੀਅਰ ਹੈ ਜੀ। ਚਲੋ ਨੈਕਸਟ ਕੁਐਸਚਨ ਜੀ। The development of the railway was started in the ਰੇਲਵੇ ਦਾ ਵਿਕਾਸ ਕਿਸ ਗਵਰਨਰ ਜਨਰਲ ਦੇ ਰਾਜ ਦੇ ਵਿੱਚ ਸ਼ੁਰੂ ਹੋਇਆ? ਸਾਨੂੰ ਪਤਾ ਹੀ ਹੈ, ਜਦ ਦੱਸਿਆ ਸੀਗਾ ਲਾਰਡ ਡਲਹੌਜੀ। ਡਲਹੌਜੀ ਦਾ ਮਤਲਬ ਕੀ ਸੀਗਾ? 1848 ਤੋਂ ਲੈ ਕੇ 1856 ਤੱਕ ਸੀਗਾ। ਰੇਲਵੇ ਲਾਈਨ ਦੀ ਸ਼ੁਰੂਆਤ ਕੀਤੀ ਗਈ ਸੀ। ਪਹਿਲੀ ਰੇਲਵੇ ਲਾਈਨ ਕੀ ਸੀਗਾ? ਇਹ ਤਾਂ ਸਾਰਿਆਂ ਨੂੰ ਪਤਾ ਗਾ, ਠੀਕ ਹੈ ਜੀ। ਰੇਲਵੇ ਲਾਈਨ ਕੀ ਚਲਾਈ ਗਈ ਸੀਗੀ ਲਾਰਡ ਡਲਹੌਜੀ ਦੇ ਸਮੇਂ। ਫਸਟ ਇੰਡੀਅਨ ਰੇਲ ਬੰਬੇ ਤੋਂ ਥਾਣੇ 1853 ਦੇ ਵਿੱਚ 1853 ਦੇ ਵਿੱਚ ਬੰਬੇ ਤੋਂ ਥਾਣੇ। ਇਹ ਤਾਂ ਮੈਂ ਬਹੁਤ ਵਾਰੀ ਕਰਾਇਆ ਹੋਇਆਗਾ। ਬੰਬੇ ਤੋਂ ਥਾਣੇ ਕਿੰਨੇ ਵਜੇ? 3:45 ਦਾ ਆਪਣੇ ਨਾਲ ਟਾਈਮ ਸੀਗਾ, ਠੀਕ ਹੈ ਜੀ। ਬੰਬੇ ਤੋਂ ਥਾਣੇ ਤੱਕ ਦੀ ਕੀ ਸੀਗੀ ਯਾਤਰਾ ਸੀਗੀ? 34 ਕਿਲੋਮੀਟਰ ਦੀ ਕੀ ਸੀਗੀ ਇਹ ਯਾਤਰਾ ਸੀਗੀ। ਕਿੱਥੇ ਲੈ ਕੇ ਬਾਗੇ ਸੀਗੇ? ਤੁਹਾਨੂੰ ਦੱਸਿਆ ਸੀ ਬੰਬੇ ਤੋਂ ਥਾਣੇ ਤੱਕ ਸ਼ੁਰੂ ਕੀਤੀ ਗਈ ਸੀਗੀ। ਕਲੀਅਰ ਹੈ ਜੀ। ਕੀ ਕੁਛ ਕੀਤਾ ਸੀ? ਬਿਡੋ ਰੀਮੈਰਿਜ ਐਕਟ ਲੈ ਕੇ ਆਏ ਸੀਗੇ। ਸਤੀ ਦੇ ਪ੍ਰਤੀਕ ਨੂੰ ਬਿਡੋ ਰੀਮੈਰਿਜ ਹੋ ਗਿਆ ਸੀਗਾ, ਠੀਕ ਹੈ ਜੀ। ਵਿਧਵਾ ਬਾਰੇ ਪੁਨਰ ਕਾਨੂੰਨ, ਠੀਕ ਹੈ ਜੀ। ਹੋਰ ਇਹਦੇ ਸਮੇਂ ਕੀ ਸੀਗਾ? ਰੇਲਵੇ ਲਾਈਨ ਦੀ ਸ਼ੁਰੂਆਤ ਹੋਈ ਸੀ। ਪੋਸਟਲ ਸਟੈਂਪਾਂ ਰਿਲੀਜ਼ ਕੀਤੀਆਂ ਗਈਆਂ ਸੀ। ਸ਼ਿਮਲਾ ਨੂੰ ਸਮਰ ਕੈਪੀਟਲ ਬਣਾਇਆ ਗਿਆ ਸੀਗਾ। ਕਲੀਅਰ ਹੈ ਜੀ। ਹੋਰ ਇਸ ਸਮੇਂ ਕੀ ਕੀਤਾ ਗਿਆ ਸੀ? ਸਤੀ ਪ੍ਰਥਾ ਦਾ ਇਹਨੇ ਕੀ ਕੀਤਾ ਸੀਗਾ ਜੀ? ਖੰਡਨ ਕੀਤਾ ਸੀ। ਡਾਕਟਰਾਈਨ ਆਫ ਲੈਪਸ ਇਹਦੇ ਸਮੇਂ ਆਇਆ ਸੀਗਾ। ਲੈਪਸ ਦੀ ਨੀਤੀ ਇਹ ਪਰਸਨ ਲੈ ਕੇ ਆਇਆ ਸੀਗਾ ਜੀ, ਲੈਪਸ ਦੀ ਨੀਤੀ ਨੂੰ, ਠੀਕ ਹੈ ਜੀ। ਕਲੀਅਰ ਹੈ ਜੀ। ਇਹ ਸਾਰਾ ਦਾ ਸਾਰਾ ਕੁਝ ਕਿਹਦੇ ਸਮੇਂ ਹੋਇਆ ਸੀਗਾ ਜੀ? ਲਾਰਡ ਡਲਹੌਜੀ ਦੇ ਸਮੇਂ, ਠੀਕ ਹੈ ਜੀ। ਇਹ ਤੋਂ ਬਾਅਦ ਜੇ ਗੱਲ ਕਰਦੇ ਆਂਗੇ ਆਪਾਂ ਤਾਂ ਅਗਲਾ ਕਿਹੜਾ ਗਾ ਆਪਣਾ ਹੈਗਾ ਜੀ? ਹਾਂ, ਲਾਰਡ ਵਿਲੀਅਮ ਬੈਂਟਿਕ। ਵਿਲੀਅਮ ਬੈਂਟਿਕ ਕੀ ਸੀਗਾ ਜੀ? ਇਹਨੇ ਵਿਲੀਅਮ ਬੈਂਟਿਕ ਨੇ ਕੀ ਕੀਤਾ ਸੀਗਾ? ਸਤੀ ਪ੍ਰਥਾ ਦਾ ਖੰਡਨ ਕੀਤਾ ਸੀ 1829 ਦੇ ਵਿੱਚ। 29 ਦੇ ਵਿੱਚ ਸਤੀ ਦੇ ਬਾਰੇ ਤਾਂ ਯਾਰ ਸਾਰੇ ਕਹਿੰਦੇ ਸੀਗੇ, ਪਰ ਕਰੜੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕਿਹਨੇ ਕੀਤਾ ਸੀ? ਲਾਰਡ ਵਿਲੀਅਮ ਬੈਂਟਿਕ ਨੇ। ਸਤੀ ਦੀ ਉਲੰਘਣਾ ਵੀ ਸਤੀ ਨੂੰ ਸਤੀ ਦੇ ਖਤਮ ਕਰਤਾ ਸੀਗਾ, ਇੱਕ ਤਰ੍ਹਾਂ ਦਾ ਖਤਮ ਹੀ ਕਿਹਾ ਜਾਓ ਵੀ। ਖਤਮ ਕਿਹਨੇ ਕੀਤਾ ਸੀਗਾ ਸਤੀ ਨੂੰ? ਵੈਸੇ ਤਾਂ ਅੱਗੇ ਜਾ ਕੇ ਖਤਮ ਤਾਂ ਉਰੀ ਕਰਤਾ ਸੀਗਾ। ਕਿਹਨੇ ਕੀਤਾ ਸੀਗਾ ਜੀ? ਲਾਰਡ ਵਿਲੀਅਮ ਬੈਂਟਿਕ ਨੇ। ਜ਼ਿਆਦਾ ਯੋਗਦਾਨ ਇਹਦਾ ਨਹੀਂ ਆਉਂਦਾ, ਲਾਰਡ ਡਲਹੌਜੀ ਦਾ, ਠੀਕ ਹੈ। ਇਹਨੇ ਤਾਂ ਇਹਦੇ ਵਾਲੇ ਕੰਮਾਂ ਨੂੰ ਕੀ ਕਹਿਤਾ ਸੀਗਾ ਵੀ ਹਾਂ ਕੀ ਨਹੀਂ ਕਰਨਾ। ਦੇਖੋ ਜੇ ਕਈ ਵਾਰ ਤੁਸੀਂ ਉਲਝੋ ਵੀ ਸਰ ਤੁਸੀਂ ਸਤੀ ਉਰੇ ਵੀ ਬੋਲਤਾ ਤੇ ਉਰੇ ਵੀ ਕਹੀ ਜਾਂਦੇ ਹੋ, ਮੇਰੇ ਕਹਿਣ ਦਾ ਮਤਲਬ ਇਹ ਸੀਗਾ ਦੇਖੋ ਵੀ ਜਦੋਂ ਇਸ ਪਰਸਨ ਨੇ 29 ਦੇ ਵਿੱਚ ਸਤੀ ਪ੍ਰਥਾ ਦਾ ਬਿਲਕੁਲ ਕੀ ਕਰਤਾ? ਖਾਤਮਾ। ਇਸੇ ਗੱਲ ਨੂੰ ਦੁਬਾਰੇ ਕਿਹਨੇ ਦੁਹਰਾਇਆ ਸੀਗਾ? ਡਲਹੌਜੀ ਨੇ। ਹੁਣ ਆਨਸਰ ਕੀ ਲਾਉਂਗੇ ਜੇ ਤੁਹਾਨੂੰ ਪੁੱਛਿਆ ਜਾਵੇ ਸਤੀ ਪ੍ਰਥਾ ਦਾ ਖਾਤਮਾ ਕਿਹਨੇ ਕੀਤਾ? ਵਿਲੀਅਮ ਬੈਂਟਿਕ ਨੇ। ਕਿੰਨੇ ਚ? 29 ਚ, 1829 ਚ। ਗੱਲ ਐਵੇਂ ਆ। ਕਲੀਅਰ ਹੈ ਜੀ। 1829 ਦੇ ਵਿੱਚ ਫਸਟ ਗਵਰਨਰ ਜਨਰਲ ਆਫ ਇੰਡੀਆ, ਭਾਰਤ ਦਾ ਇਹਨੂੰ ਕੀ ਬੋਲਿਆ ਜਾਂਦਾ? ਵਿਲੀਅਮ ਬੈਂਟਿਕ ਨੂੰ ਪਹਿਲਾ ਗਵਰਨਰ ਜਨਰਲ ਕਿਹਾ ਜਾਂਦਾ ਗਾ। ਇਹ ਤੋਂ ਪਹਿਲਾਂ ਜਿਹੜਾ ਗਵਰਨਰ ਜਨਰਲ ਹੁੰਦਾ ਸੀਗਾ ਜੀ ਬੰਗਾਲ ਬਿਹਾਰ ਦਾ ਹੁੰਦਾ ਸੀਗਾ, ਅਲੱਗ-ਅਲੱਗ ਸਟੇਟਾਂ ਦੇ ਹੁੰਦੇ ਸੀ, ਪਰ ਇਹਨੂੰ ਕੀ ਬੋਲਣਾ? ਭਾਰਤ ਦਾ ਕੀ ਹੈ ਜੀ? ਫਸਟ ਗਵਰਨਰ ਜਨਰਲ ਕਿਹਾ ਜਾਂਦਾ ਗਾ। ਫਸਟ ਗਵਰਨਰ ਜਨਰਲ, ਠੀਕ ਹੈ ਜੀ। ਕਲੀਅਰ ਹੈ ਜੀ। ਫਸਟ ਗਵਰਨਰ ਜਨਰਲ ਆਫ ਇੰਡੀਆ ਇਹਨੂੰ ਕਿਹਾ ਜਾਂਦਾ ਗਾ। ਕਿਉਂ? ਕਿਉਂਕਿ ਉਦੋਂ ਕੀ ਹੋ ਗਿਆ ਸੀਗਾ? ਚਾਰਟਰ ਐਕਟ ਕੀ ਹੋ ਗਿਆ ਸੀਗਾ ਜੀ? ਪਾਸ ਹੋ ਗਿਆ ਸੀਗਾ 1833 ਦਾ। ਤੇ ਇਹ ਚਾਰਟਰ ਐਕਟ ਕੀ ਕਹਿੰਦਾ ਸੀਗਾ? ਕਹਿੰਦਾ ਜਿਹੜਾ ਕੀ ਹੋਊਗਾ ਬੰਗਾਲ ਦਾ ਗਵਰਨਰ ਹੋਊਗਾ ਉਹ ਕੀ ਹੋਊਗਾ ਜੀ? ਪੂਰੇ ਦੇ ਪੂਰੇ ਸੰਪੂਰਨ ਭਾਰਤ ਦਾ ਕੀ ਹੋਊਗਾ ਜੀ? ਗਵਰਨਰ ਹੋਊਗਾ। ਕਲੀਅਰ ਹੈ ਜੀ। ਇਹਦੇ ਵਿੱਚ ਆਪਾਂ ਕੀਤਾ ਸੀਗਾ ਲਾਰਡ ਮਿੰਟੋ ਦੀਆਂ ਕਹਾਣੀਆਂ। ਲਾਰਡ ਮਿੰਟੋ 1807 ਤੋਂ 13 ਤੱਕ ਦਾ ਟਾਈਮ ਪੀਰੀਅਡ, 1807 ਤੋਂ ਲੈ ਕੇ 13 ਤੱਕ ਦਾ ਇਹਦਾ ਕੀ ਹੈ ਜੀ? ਟਾਈਮ ਪੀਰੀਅਡ ਹੈਗਾ। ਇਹਨੇ ਕੀ ਕੀਤਾ ਸੀਗਾ ਜੀ? ਇਹਨੇ ਇੱਕੋ ਹੀ ਕੰਮ ਕੀਤਾ ਸੀਗਾ। ਟ੍ਰੀਟੀ ਆਫ ਅੰਮ੍ਰਿਤਸਰ ਦੀ ਸੰਧੀ ਸਾਈਨ ਕੀਤੀ ਸੀ ਮਹਾਰਾਜਾ
ਰਣਜੀਤ ਸਿੰਘ ਦੇ ਨਾਲ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਸੰਧੀ ਕੀ ਕੀਤੀ ਸੀਗੀ ਜੀ, ਇਸ ਪਰਸਨ ਨੇ ਸਾਈਨ ਕੀਤੀ ਸੀ। ਕਲੀਅਰ ਹੈ ਜੀ, ਇੱਕੋ ਹੀ ਪॉइंट ਵਾਧੂ ਆ, 21 ਲੱਖ वर्ग आगा बस। चलो भी नैक्सट क्वेश्चन और अज का की है जी लास्ट क्वेश्चन आ, बिल्कुल सौखा क्वेश्चन आ। दसो फिर ब्रह्मो समाज वाज फाउंडड, ब्रह्मो समाज नूं कदों फाउंडड किया गया सीगा, ब्रह्मो समाज दी नींह कदों रखी गई सीगी जी। ब्रह्मो जिहड़ी समाज सीगा जी 1828 दे विच राजा राम मोहन राय के द्वारा की इस मैं दस के हटिया भी उदों इहदी की सीगी जी नींह रखी गई सी। क्लीयर है जी। तो 1829 दे विच की है विलियम बेंटिक ने की सीगी जी सती प्रथा नूं की कीता सीगा, खत्म कीता सीगा। इन्हां च कुछ भी नहीं, इन्हां नूं याद ही ना रखियो, ठीक है जी। तो ओके जी, धन्यवाद करते हैं, थैंक यू जी जिन्होंने इस सीरीज़ नूं की है एंड तक देखियागा, ठीक है। कॉपी पेन लैके बैठा करो, नाल नाल नोट भी करिया करो, नवीं चीज़ां हुंदियां ने वो चीज़ां नोट करिया करो, ठीक है जी। और की है इस नूं की है जी जिहड़ा की है जो अपना हुंदा वीडियो हुंदी उहनूं की है लाइक ते शेयर जरूर कर दिया करो। ओके जी, थैंक यू, धन्यवाद। मिलते हैं नैक्सट सैशन दे विच।